Hello everyone, students. Today we are going to continue a previous presentation. In previous presentation, we have discussed codes, then types of codes, then ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਨਾਨ ਵੇਟਡ ਕੋਡ ਐਂਡ ਲਾਸਟ ਵਿੱਚ ਆਪਾਂ ਡਿਸਕਸ ਕੀਤਾ ਸੀ ਐਗਜ਼ਾਮਪਲ ਆਫ a BCD ਕੋਡ। ਠੀਕ ਹੈ, ਟੂਡੇ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ a parity। ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਬਿਕੋਜ਼ ਥਰਡ ਚੈਪਟਰ the name of third chapter is codes and parities. Code is used when we have to transfer a data within the circuit, or you can say we have to represent alphabets numeric special symbol into a binary form so that computer can easily understand and process that particular data. In that case we will use different types of codes represent a data in a binary form, but parity will be used when the data is transmitted from one circuit to another circuit, or you can say from one system to another circuit. If there is an error during transmission, then to detect the error, for that purpose we will use a parity concept. So let's start with the parity. So these are the contents that we have already discussed, that is a concept of code, types of non-weighted code, ਜਿਹਦੇ ਵਿੱਚ ਆਪਾਂ ਐਕਸੈਸ 3 ਕੋਡ ਐਂਡ ਗ੍ਰੇ ਕੋਡ ਡਿਸਕਸ ਕਰ ਚੁੱਕੇ ਹਾਂ, ਐਂਡ ਦੈਨ ਆਪਾਂ ਕਨਵਰਜਨਸ ਡਿਸਕਸ ਕਰ ਚੁੱਕੇ ਹਾਂ, ਬਾਈਨਰੀ ਟੂ ਗ੍ਰੇ ਐਂਡ ਗ੍ਰੇ ਟੂ ਬਾਈਨਰੀ, ਐਂਡ ਲਾਸਟ ਵਿੱਚ ਆਪਾਂ ਡਿਸਕਸ ਕਰ ਚੁੱਕੇ ਸੀ BCD ਕੋਡ ਕੀ ਹੈ ਜਾਂ ਉਹਦੀ ਐਗਜ਼ਾਮਪਲਸ ਕਿਹੜੀਆਂ ਹੈ। ਟੂਡੇ ਆਪਾਂ ਇਹ ਵਾਲਾ ਪੋਰਸ਼ਨ ਡਿਸਕਸ ਕਰਾਂਗੇ, ਡੈਟ ਇਜ਼ ਆਲ ਅਬਾਊਟ ਅ ਪੈਰਿਟੀ। ਟੂਡੇ ਅੱਜ ਆਪਾਂ ਡਿਸਕਸ ਸਿਰਫ ਕਰਾਂਗੇ ਐਰਰ ਡਿਟੈਕਸ਼ਨ ਕੋਡ, ਨਾਟ ਅ ਕਰੈਕਸ਼ਨ ਕੋਡ, ਜਿਹਦੇ ਵਿੱਚ ਪੈਰਿਟੀ ਦਾ ਕੰਸੈਪਟ ਆਏਗਾ। ਸੋ ਲੈਟਸ ਸਟਾਰਟ। ਫਸਟ ਆਫ ਆਲ ਐਰਰ ਕੀ ਹੁੰਦਾ ਹੈ? ਐਰਰ ਇਜ਼ ਅ ਕੰਡੀਸ਼ਨ when the output information does not match with the input information। error basically ਕੀ ਹੁੰਦਾ? ਅਨਵਾਂਟਿਡ ਡਾਟਾ। ਅਨਵਾਂਟਿਡ ਡਾਟਾ ਦਾ ਮਤਲਬ ਹੈ ਜਿਹੜਾ ਸਾਨੂੰ ਡਾਟਾ ਨਹੀਂ ਚਾਹੀਦਾ ਹੈ ਲੇਕਿਨ ਫਿਰ ਵੀ ਸਾਡੇ ਇਨਫੋਰਮੇਸ਼ਨ ਦੇ ਵਿੱਚ ਇੰਟਰੋਡਿਊਸ ਹੋ ਜਾਂਦਾ ਹੈ ਜਾਂ ਐਡ ਹੋ ਜਾਂਦਾ ਹੈ, ਉਹਨੂੰ ਕੀ ਕਹਿੰਦੇ ਆ ਆਪਾਂ? ਐਰਰ। ਐਰਰ ਕਦੋਂ ਆਉਂਦਾ ਹੈ ਜਾਂ ਕਦੋਂ ਆਪਾਂ ਫਾਈਂਡ ਆਊਟ ਕਰਦੇ ਹਾਂ ਕਿ ਦੇਅਰ ਇਜ਼ ਐਨ ਐਰਰ? ਜਦੋਂ ਸਾਡੇ ਕੋਲ ਜਿਹੜੀ ਆਊਟਪੁੱਟ ਰਿਸੀਵ ਹੋਈ ਹੈ ਜਾਂ ਸਾਡੇ ਕੋਲ ਡਾਟਾ ਰਿਸੀਵ ਹੋਇਆ ਹੈ ਉਹ ਇਨਪੁਟ ਇਨਫੋਰਮੇਸ਼ਨ ਦੇ ਨਾਲ ਮੈਚ ਨਹੀਂ ਕਰ ਰਿਹਾ। ਫੋਰ ਐਗਜ਼ਾਮਪਲ ਤੁਸੀਂ ਸੈਂਡ ਕੀਤਾ ਹੈਲੋ, ਲੇਕਿਨ ਉਹ ਰਿਸੀਵਰ ਐਂਡ ਦੇ ਉੱਪਰ ਵਾਈ ਰਿਸੀਵ ਹੋਇਆ, ਡੈਟ ਮੀਨਸ ਕੀ ਹੋ ਗਿਆ? ਤੁਹਾਡਾ ਡਾਟਾ ਕੀ ਹੋ ਗਿਆ? ਚੇਂਜ ਹੋ ਗਿਆ। ਜਦੋਂ ਡਾਟਾ ਤੁਹਾਡਾ ਚੇਂਜ ਹੋ ਜਾਂਦਾ ਹੈ ਡੈਟ ਇਜ਼ ਨੋਨ ਐਜ਼ ਅ ਐਰਰ। ਸੋ ਆਈ ਰਿਪੀਟ ਅਗੇਨ, ਐਰਰ ਇਜ਼ ਅ ਕੰਡੀਸ਼ਨ ਵੈਨ the output information that does not match with the input information। ਇਨਪੁਟ ਇਨਫੋਰਮੇਸ਼ਨ ਦਿੱਤੀ ਕੋਈ ਹੋਰ ਸੀ ਲੇਕਿਨ ਆਪਾਂ ਨੂੰ ਮਿਲੀ ਕੋਈ ਹੋਰ ਇਨਫੋਰਮੇਸ਼ਨ ਹੈ, ਦੈਨ ਉਸ ਕੰਡੀਸ਼ਨ ਨੂੰ ਕੀ ਕਹਿੰਦੇ ਆ ਆਪਾਂ? ਐਰਰ ਕਹਿੰਦੇ ਆ, ਔਰ ਯੂ ਕੈਨ ਸੇ ਅਨਵਾਂਟਿਡ ਡਾਟਾ। ਇਹ ਐਰਰ ਆਉਂਦਾ ਕਦੋਂ ਆ? ਡਿਊਰਿੰਗ ਟਰਾਂਸਮਿਸ਼ਨ। ਆਲਵੇਜ਼ ਕੀਪ ਇਨ ਮਾਈਂਡ, ਅਗਰ ਆਪਣੇ ਕੋਲ ਇੱਕ ਸਿਸਟਮ 'ਤੇ ਡਾਟਾ ਟਰਾਂਸਮਿਟ ਨਹੀਂ ਹੋ ਰਿਹਾ ਤਾਂ ਦੈਨ ਉਹਦੇ ਵਿੱਚ ਐਰਰ ਦਾ ਕੋਈ ਚਾਂਸ ਨਹੀਂ ਹੈ। ਐਰਰ ਉਦੋਂ ਹੀ ਆਏਗਾ ਜਦੋਂ ਸਾਡਾ ਡਾਟਾ ਟਰਾਂਸਮਿਟ ਹੋਏਗਾ। ਸੋ ਡਿਊਰਿੰਗ ਟਰਾਂਸਮਿਸ਼ਨ digital signal suffer from noise that can introduce error in the binary bits traveling from one system to another system। during transmission ਜਦੋਂ digital signal ਵਿੱਚ noise ਐਡ ਹੋ ਜਾਂਦੀ ਹੈ, ਉਹ noise ਕੀ ਆ? error introduce ਕਰ ਦਿੰਦੀ ਹੈ ਕਿਹਦੇ ਵਿੱਚ? ਆਪਣੇ ਕੋਲ binary data ਦੇ ਵਿੱਚ, ਜਿਹੜਾ ਕਿ ਇੱਕ ਸਿਸਟਮ ਤੋਂ ਦੂਸਰੇ ਸਿਸਟਮ ਕੀ ਹੈ? ਟਰੈਵਲ ਕਰ ਰਿਹਾ ਸੀਗਾ। ਸੋ ਆਲਵੇਜ਼ ਕੀਪ ਇਨ ਮਾਈਂਡ, ਜਿਹੜਾ ਐਰਰ ਬੇਸਿਕਲੀ ਡਿਜੀਟਲ ਸਿਗਨਲ ਵਿੱਚ ਆਉਂਦਾ ਹੈ, ਦਿਸ ਇਜ਼ ਡਿਊ ਟੂ ਦਾ ਨੋਇਸ। ਵੈਨ ਓਰੀਜਨਲ ਡਾਟਾ ਦੇ ਨਾਲ ਤੁਹਾਡੀ ਨੋਇਸ ਐਡ ਹੋ ਜਾਂਦੀ ਹੈ, ਅਨਵਾਂਟਿਡ ਸਿਗਨਲ ਐਡ ਹੋ ਜਾਂਦਾ ਹੈ, ਦੈਨ ਉਹ ਕੀ ਕ੍ਰੀਏਟ ਕਰ ਦਿੰਦਾ ਹੈ? ਐਰਰ ਕ੍ਰੀਏਟ ਕਰ ਦਿੰਦਾ ਹੈ। ਕਿਹਦੇ ਵਿੱਚ? ਆਪਣੇ ਕੋਲ ਜਿਹੜਾ ਬਾਈਨਰੀ ਬਿਟਸ ਆਪਾਂ ਸੈਂਡ ਕਰ ਰਹੇ ਹਾਂ ਫਰੋਮ ਵਨ ਸਿਸਟਮ ਟੂ ਅਨਦਰ ਸਿਸਟਮ। ਇਹਦਾ ਮਤਲਬ ਕੀ ਹੈ? ਐਰਰ ਮਤਲਬ ਕੀ ਹੈ? ਡੈਟ ਮੀਨਸ ਕੀ ਹੋਏਗਾ? ਜੋ ਤੁਸੀਂ ਬਾਈਨਰੀ ਬਿਟਸ ਸੈਂਡ ਕੀਤੀਆਂ ਹੈ ਉਹਦੇ ਵਿੱਚੋਂ ਕੋਈ ਬਿਟ ਹੋ ਸਕਦਾ ਹੈ ਕਿ ਡੈਟ ਮੀਨਸ ਚੇਂਜ 0 bit may change to 1 or 1 bit may change to 0। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਹ ਸਿਗਨਲ ਹੈ ਬਾਈਨਰੀ ਫਾਰਮ ਦੇ ਵਿੱਚ ਹੋਏਗਾ। ਅਗਰ ਉਹਦੇ ਵਿੱਚ ਕੁਝ ਚੇਂਜ ਹੁੰਦਾ ਹੈ ਤਾਂ ਉਹਦਾ ਮਤਲਬ ਕੀ ਹੋਏਗਾ? ਜਿੱਥੇ ਓਰੀਜਨਲ ਬਿਟ 1 ਸੀਗੀ ਉਹ ਐਰਰ ਕਰਨ ਕੀ ਹੋ ਗਈ? 0 ਹੋ ਗਈ, ਜਾਂ ਜਿੱਥੇ ਮੇਰੇ ਕੋਲ ਓਰੀਜਨਲ ਬਿਟ 0 ਸੀਗੀ ਐਰਰ ਕਰਕੇ ਉਹ ਕੀ ਹੋ ਗਿਆ? ਮੇਰੇ ਕੋਲ 1 ਹੋ ਗਿਆ। ਸੋ ਡੈਟ ਇਜ਼ ਨੋਨ ਐਜ਼ ਅ ਐਰਰ ਹੋਏਗਾ। ਜਦੋਂ ਬਿਟਸ ਚੇਂਜ ਹੋ ਜਾਂਦੀਆਂ ਹੈ 1 to 0 ਜਾਂ 0 to 1, ਡੈਟ ਇਜ਼ ਨੋਨ ਐਜ਼ ਅ ਐਰਰ। ਸੋ ਐਰਰ ਇਜ਼ ਅ ਕੰਡੀਸ਼ਨ ਵੈਨ received information is not exactly match with the sending information। ਠੀਕ ਹੈ। ਸੋ ਟਰਾਂਸਮਿਸ਼ਨ ਦੇ ਵਿੱਚ ਜਿਹੜਾ ਐਰਰ ਆਏਗਾ ਡਿਊ ਟੂ ਦਾ ਨੋਇਸ ਹੋ ਸਕਦਾ ਹੈ, ਨੋਇਸ ਐਡ ਹੋ ਜਾਂਦੀ ਹੈ ਜਿਹੜੇ ਕਰਕੇ ਤੁਹਾਡੇ ਕੋਲ ਡਾਟਾ ਦੇ ਵਿੱਚ ਕੀ ਹੈ? ਐਰਰ ਇੰਟਰੋਡਿਊਸ ਹੋ ਜਾਂਦਾ ਹੈ। ਹੁਣ ਗ੍ਰਾਫਿਕਲੀ ਦੇਖੀਏ, ਫੋਰ ਐਗਜ਼ਾਮਪਲ ਦੇਅਰ ਆਰ ਟੂ ਕੰਪਿਊਟਰਸ। ਇੱਕ ਕੰਪਿਊਟਰ ਨੇ ਸਿਗਨਲ ਸੈਂਡ ਕੀਤਾ, ਬਾਈਨਰੀ ਸਿਗਨਲ, ਦੈਟ ਇਜ਼ ਯੂ ਕੈਨ ਸੇ 1 ਦੀ ਫਾਰਮ ਦੇ ਵਿੱਚ ਐਡ ਸੈਂਡ ਸਿਗਨਲ ਕੀਤਾ, ਟਰਾਂਸਮਿਟ ਕੀਤਾ ਹੈ। ਐਟ ਐਨੀ ਪੁਆਇੰਟ
ਇਸ ਟਰਾਂਸਮਿਸ਼ਨ ਮੀਡੀਆ ਦੇ ਵਿੱਚ ਕੀ ਨੋਇਸ ਐਡ ਹੋ ਗਈ। ਜਦੋਂ ਇਸ ਟਰਾਂਸਮਿਸ਼ਨ ਮੀਡੀਆ ਵਿੱਚ ਨੋਇਸ ਐਡ ਹੋ ਗਈ ਤੇ ਸਿਗਨਲ ਤੁਹਾਡਾ ਕੀ ਹੋ ਜਾਏਗਾ, ਚੇਂਜ ਹੋ ਜਾਏਗਾ। ਜੋ ਓਰੀਜਨਲ ਸਿਗਨਲ ਸੀਗਾ ਉਹ ਨਾ ਰਹਿ ਕੇ ਸਿਗਨਲ ਤੁਹਾਡਾ ਕੀ ਹੋ ਜਾਂਦਾ, ਡਿਸਟੋਰਟ ਹੋ ਜਾਂਦਾ ਹੈ, ਜਿਸ ਕਰਕੇ ਆਪਣੇ ਕੋਲ ਕੀ ਆ ਉਹ ਸਿਗਨਲ ਐਕੂਰੇਟ ਰਿਸੀਵ ਨਹੀਂ ਹੁੰਦਾ ਹੈ, ਜਾਂ ਤਾਂ ਕਰਪਟ ਹੋ ਜਾਂਦਾ ਹੈ ਜਾਂ ਸਾਡੇ ਕੋਲ ਰੋਂਗ ਸਿਗਨਲ ਜਾਂ ਰੋਂਗ ਡਾਟਾ ਕੀ ਹੁੰਦਾ ਹੈ, ਰਿਸੀਵ ਹੁੰਦਾ ਹੈ। ਕਲੀਅਰ। ਅਗਰ ਮੈਂ ਬਾਈਨਰੀ ਫਾਰਮ ਦੇ ਵਿੱਚ ਗੱਲ ਆ, ਫॉर एग्जांपल ਸੈਂਡਰ ਹੈ, ਉਹਨੇ ਡਾਟਾ ਸੈਂਡ ਕਰਨਾ ਟੂਵਰਡ ਦ ਰਿਸੀਵਰ, ਦ ਡਾਟਾ ਇਜ਼ 01010। ਕਲੀਅਰ। ਜਦੋਂ ਡਾਟਾ ਇਹ ਟਰਾਂਸਮਿਟ ਕੀਤਾ ਐਟ ਐਨੀ ਪੁਆਇੰਟ, ਫॉर एग्जांपल ਇਨ ਦਿਸ ਪੁਆਇੰਟ ਨੋਇਸ ਕੀ ਹੋ ਗਈ, ਐਡ ਹੋ ਗਈ। ਜਦੋਂ ਨੋਇਸ ਐਡ ਹੋ ਜਾਏਗੀ, ਜੋ ਤੁਹਾਡੇ ਕੋਲ ਬਾਈਨਰੀ ਬਿਟ ਦਾ ਸੀਕੁਐਂਸ ਹੈ ਉਹਦੇ ਵਿੱਚ ਆਪਣੇ ਕੋਲ ਬਿਟਸ ਚੇਂਜ ਹੋ ਸਕਦੀਆਂ, ਇੱਕ ਬਿਟ ਵੀ ਚੇਂਜ ਹੋ ਸਕਦੀ ਹੈ, ਦੋ ਵੀ ਐਂਡ ਮਲਟੀਪਲ ਬਿਟਸ ਵੀ ਚੇਂਜ ਹੋ ਸਕਦੀਆਂ। ਸੋ ਜਦੋਂ ਇਹ ਰਿਸੀਵਰ ਐਂਡ ਦੇ ਉੱਪਰ ਪਹੁੰਚੇਗਾ, ਨਾਓ ਯੂ ਕੈਨ ਸੀ ਦੈਟ ਜਿਹੜਾ ਆਪਣੇ ਕੋਲ ਥਰਡ ਪੋਜੀਸ਼ਨ ਸੀ, ਸੈਂਡਰ ਦੀ ਗੱਲ ਕਰੋ, ਦਿਸ ਇਜ਼ ਫਰਸਟ ਪੋਜੀਸ਼ਨ, ਦਿਸ ਇਜ਼ ਸੈਕਿੰਡ ਪੋਜੀਸ਼ਨ ਐਂਡ ਦਿਸ ਇਜ਼ ਥਰਡ ਪੋਜੀਸ਼ਨ। ਇੱਥੇ ਥਰਡ ਪੋਜੀਸ਼ਨ ਤੇ 0 ਸੀਗਾ, ਜਦੋਂ ਨੋਇਸ ਐਡ ਹੋ ਗਈ ਉਸਨੇ ਕੀ ਕੀਤਾ, ਜਿਹੜੀ ਥਰਡ ਵਿੱਚ 0 ਸੀ ਉਹਨੂੰ ਕੀ ਕਰ ਦਿੱਤਾ, 1 ਕਰ ਦਿੱਤਾ। ਸੋ ਇਹਨੂੰ ਕੀ ਕਹਿੰਦੇ ਆ ਆਪਾਂ, ਐਰਰ ਕਹਿੰਦੇ ਆ। ਇੱਕ ਬਿਟ ਦਾ ਐਰਰ ਆ, ਇੱਕ ਬਿਟ ਚੇਂਜ ਹੋਈ ਤਾਂ ਯੂ ਕੈਨ ਸੇ ਅ ਸਿੰਗਲ ਬਿਟ ਐਰਰ। Clear. So this is all about a error. So error is a unwanted you can say a signal that is introduced in the original signal when during a transmission. So ਜਿਹੜਾ error ਹੈ noise ਕਿਉਂ create ਹੁੰਦੀ ਹੈ, due to some technical problem noise create ਹੋ ਸਕਦੀ ਹੈ, ਜਾਂ ਫਿਰ ਆਪਾਂ poor hardware use ਕਰਦੇ ਹਾਂ, ਜਾਂ ਆਪਾਂ ਘਟੀਆ ਕੁਆਲਿਟੀ ਦੀ ਵਾਇਰ ਯੂਜ਼ ਕਰਦੇ ਹਾਂ ਜਿਹਦੇ ਵਿੱਚੋਂ ਟਰਾਂਸਮਿਸ਼ਨ ਹੋਣੀ ਹੈ ਡਾਟਾ ਦੀ, ਉਸ ਕਰਕੇ ਕੀ ਹੈ ਨੋਇਸ ਪ੍ਰੋਡਿਊਸ ਹੋ ਜਾਂਦੀ ਹੈ ਸਿਗਨਲ ਦੇ ਨਾਲ, ਔਰ ਜੋ ਕਿ ਐਰਰ ਨੂੰ ਕ੍ਰੀਏਟ ਕਰਦੀ ਹੈ। ਔਰ ਤੁਹਾਡੇ ਕੋਲ ਹੋ ਸਕਦਾ ਕਿ ਡਾਟਾ ਕਰਪਟ ਹੋ ਕੇ ਪਹੁੰਚੇ, ਕਰਪਟ ਮੀਨਸ ਕੀ ਹੈ ਚੇਂਜ ਹੋ ਕੇ ਪਹੁੰਚੇ, ਹੋ ਸਕਦਾ ਡਾਟਾ ਪਹੁੰਚੇ ਹੀ ਨਾ, ਕਲੀਅਰ, ਰਿਸੀਵਰ ਨੂੰ ਐਕਸੈਪਟ ਹੀ ਨਾ ਕਰੇ। ਸੋ ਦਿਸ ਇਜ਼ ਅ ਐਰਰ। ਸੋ ਟਾਈਪਸ ਆਫ ਐਰਰ, there are basically 3 types of error. One is a single bit error, second is a multi bit error, or you can say a 2 bit error, and third one is a burst error. ठीक है, अकॉर्डिंग टू सिलेबस ਆਪਾਂ ਸਿਰਫ ਡਿਸਕਸ ਕਰਾਂਗੇ ਸਿੰਗਲ ਬਿਟ ਐਰਰ। ਦੈਟ ਮੀਨਸ ਕੀ ਹੋਏਗਾ, ਅਗਰ ਆਪਣੇ ਕੋਲ ਡਾਟਾ ਦੇ ਵਿੱਚ ਇੱਕ ਬਿਟ ਦਾ ਐਰਰ ਆ ਜਾਂਦਾ ਹੈ ਤੇ ਉਹਨੂੰ ਕਿੱਦਾਂ ਡਿਟੈਕਟ ਕਰਨਾ ਹੈ ਔਰ ਕਿੱਦਾਂ ਕਰੈਕਟ ਕਰਨਾ ਹੈ, ਉਹ ਸਾਰਾ ਆਪਾਂ ਇਸ ਸੈਸ਼ਨ ਦੇ ਵਿੱਚ, ਇਸ ਚੈਪਟਰ ਦੇ ਵਿੱਚ ਅਕॉर्डिंग ਟੂ ਸਿਲੇਬਸ ਕੀ ਆ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ ਵਿਦ ਫਰਸਟ ਸਿੰਗਲ ਬਿਟ ਐਰਰ। ਸਿੰਗਲ ਬਿਟ ਐਰਰ ਕੀ ਕਹਿ ਰਿਹਾ ਹੈ, ਡਿਊਰਿੰਗ ਟਰਾਂਸਮਿਸ਼ਨ, ਆਈ ਰਿਪੀਟ ਅਗੇਨ, ਇਹ ਵਰਡ ਜ਼ਰੂਰ ਲਿਖਣਾ ਹੈ ਡਿਊਰਿੰਗ ਟਰਾਂਸਮਿਸ਼ਨ, ਕਿਉਂਕਿ ਚੇਂਜ ਉਦੋਂ ਹੀ ਹੋਏਗਾ ਜਦੋਂ ਡਾਟਾ ਟਰਾਂਸਮਿਟ ਹੋ ਰਿਹਾ ਹੋਏਗਾ। ਸੋ ਡਿਊਰਿੰਗ ਟਰਾਂਸਮਿਸ਼ਨ ਆਫ ਡਿਜੀਟਲ ਡਾਟਾ, if only one bit is changed then it refer to as a single bit error. So during transmission ਆਪਣੇ ਕੋਲ ਅਗਰ ਇੱਕੋ ਬਿਟ ਹੀ ਚੇਂਜ ਹੁੰਦੀ ਹੈ ਤੇ ਦੈਨ ਉਹਨੂੰ ਕੀ ਕਹਿੰਦੇ ਆ ਆਪਾਂ, ਸਿੰਗਲ ਬਿਟ ਐਰਰ ਕਹਿੰਦੇ ਆ। ਫॉर एग्जांपल ਇਹ ਮੇਰਾ ਡਾਟਾ ਹੈ, ਠੀਕ ਹੈ, 11010, ਠੀਕ ਹੈ, 5 ਬਿਟ ਆਪਣੇ ਕੋਲ ਡਾਟਾ ਹੈ, ਔਰ ਜਦੋਂ ਆਪਣੇ ਕੋਲ ਇਹ ਸੈਂਡ ਕੀਤਾ ਹੈ ਡਿਊਰਿੰਗ ਟਰਾਂਸਮਿਸ਼ਨ, ਡਾਟਾ ਕੀ ਹੋ ਗਿਆ, ਚੇਂਜ ਹੋ ਗਿਆ। ਦੇਖੋ 5th ਪੋਜੀਸ਼ਨ ਇੱਥੇ 0 ਸੀਗਾ, ਇੱਥੇ ਕੀ ਹੋ ਗਿਆ ਮੇਰੇ ਕੋਲ 1, ਬਾਕੀ ਮੇਰੇ ਕੋਲ ਬਿਟਸ ਜਿਹੜੀਆਂ ਹੈ ਸੇਮ ਹੈ, ਇੱਥੇ ਵੀ 1 ਹੈ, ਕੋਰਸਪੋਂਡਿੰਗ ਪੋਜੀਸ਼ਨ ਦੂਸਰੀ ਤੇ ਵੀ 1 ਹੈ, ਇੱਥੇ ਵੀ 1 ਹੈ, ਇੱਥੇ ਵੀ 1 ਹੈ, ਇੱਥੇ 0 ਹੈ, ਇੱਥੇ ਵੀ 0 ਹੈ, this is 1 and this is also 1, but at the first position this is 0 and this is 1, there is only a 1 change in the bit, single bit change ਹੋਈ ਹੈ, so this is known as a single bit error. Clear? So this is a bit in error, or you can, this is a position in error, ਵੀ ਇਸ ਪੋਜੀਸ਼ਨ ਦੇ ਉੱਪਰ ਕੀ ਆਇਆ, ਐਰਰ ਆਇਆ, 0 ਦਾ ਕੀ ਹੋ ਗਿਆ, 1। ਸੋ ਜਦੋਂ ਵੀ ਇੱਕ ਬਿਟ ਚੇਂਜ ਹੋਏਗੀ that is known as a single bit error. डेफिनेशन तो क्लियर, नाम तो दूसरा मल्टी बिट एरर और 2 बिट एरर की होएगा ड्यूरिंग ट्रांसमिशन ऑफ डिजिटल डाटा इफ देयर इज चेंज इन 2 और मोर बिट्स ऑफ डाटा सीक्वेंस ऑफ ट्रांसमीटर टू अ रिसीवर। सो ड्यूरिंग ट्रांसमिशन जो 2 या 2 तो ज़्यादा बिट चेंज हो जानिया है डाटा सीक्वेंस के विच, जो आप ट्रांसमीटर टू रिसीवर डाटा सेंड करते हैं, दैन उन्होंने की कहते हैं आप मल्टी बिट एरर्स कहते हैं, और यू कैन से 2 बिट एरर भी कह सकते हैं अगर दो बिट्स चेंज हो रही हैं। ठीक है, ट्रांसमीटर का मतलब की होंदा है, जो कोई डिवाइस डाटा ਨੂੰ ਸੈਂਡ ਕਰ ਰਿਹਾ ਹੈ ਉਹਨੂੰ ਟਰਾਂਸਮੀਟਰ ਕਹਿੰਦੇ ਆ, ਜਦੋਂ ਕੋਈ ਡਿਵਾਈਸ ਡਾਟਾ ਨੂੰ ਰਿਸੀਵ ਕਰ ਰਿਹਾ ਉਹਨੂੰ ਕੀ ਕਹਿੰਦੇ ਆਪਾਂ, ਰਿਸੀਵਰ ਕਹਿੰਦੇ ਆ। ਫॉर एग्जांपल इन दिस केस मैं सेम एग्जांपल ले रहा है, वही हैव अ डाटा 11010, दिस इज नोन एज, यू कैन से डाटा सीक्वेंस, दैट मीनस इस तो बाद ये वाली बिट है, इस तो बाद ये वाली बिट है, इस तो बाद ये वाली बिट, और इस तो बाद ये वाली बिट। सो जो ये रिसीव होएगा इसे सीक्वेंस में ही रिसीव होएगा। अगर सीक्वेंस चेंज हो जाता है डैट मीनस फॉर एग्जांपल A0 इधर हो गया, A1 इधर हो गया, डैट मीनस डाटा डाटा की होगा, करप्ट हो गया। सो 2 बिट विच की होएगा, फॉर एग्जांपल मान लो मेरे को जो बिट चेंज हुई हैं, एक सैकेंड पोजीशन चेंज हो गई, एक 4th पोजीशन चेंज हो गई, और एक मेरे को 5th पोजीशन चेंज हो गई। देखो सैकेंड से पहला 1 सी, इतने की हो गया 0, इतने मेरे को 1 सी, इतने की हो गया 0, 5th पोजीशन इतने 0 सी, इतने मेरे को की हो गया 1। सो इन दिस एग्जांपल 3 बिट चेंज हुई हैं, दैन यू कैन से या मल्टी बिट एरर, और यू कैन से या 2 बिट एरर अगर 2 बिट चेंज हुई है। ठीक है, डाटा रैंडमली कितने भी चेंज हो सकता, जरूरी नहीं है कि सिर्फ यही बिट चेंज होनी है,
ਕਿਸੇ ਵੀ ਪੋਜੀਸ਼ਨ ਤੋਂ ਡਾਟਾ ਕੀ ਹੋ ਸਕਦਾ, ਚੇਂਜ ਹੋ ਸਕਦਾ ਹੈ। ਅਗਰ ਆਪਣੇ ਕੋਲ 2 ਜਾਂ 2 ਤੋਂ ਵੱਧ ਬਿਟ ਚੇਂਜ ਹੋ ਜਾਂਦੀਆਂ ਹੈ ਡਾਟਾ ਸੀਕੁਐਂਸ ਵਿੱਚ ਡਿਊਰਿੰਗ ਟਰਾਂਸਮਿਸ਼ਨ, that is known as a multi-bit error or a 2-bit error. Then next is a burst error. During transmission of digital data, the change of set, ਧਿਆਨ ਰੱਖਿਓ ਇੱਥੇ, the change of set of bits in data sequence is called a burst error. ਸੈੱਟ ਦਾ ਮਤਲਬ ਹੁੰਦਾ ਲੈ ਕੇ ਜਦੋਂ 2 ਤੋਂ ਲੈ ਕੇ 4 ਤੱਕ, ਮੈਂ ਕਹਿੰਦਾ ਕਿ ਇਹ ਸੈੱਟ ਆ, 2 ਤੋਂ ਬਾਅਦ 3 ਆਏਗਾ, 3 ਤੋਂ ਬਾਅਦ ਕੀ ਆਏਗਾ 4, ਠੀਕ ਹੈ। ਅਗਰ ਇਹ ਮੇਰੇ ਕੋਲ ਲਗਾਤਾਰ ਇਹ ਤਿੰਨੇ ਬਿਟਸ ਚੇਂਜ ਹੋ ਰਹੀਆਂ ਤੇ ਦੈਟ ਇਜ਼ ਨੋਨ ਐਜ਼ ਅ ਸੈੱਟ, ਜਾਂ ਫਿਰ 4 5 6 ਇਹ ਇਕੱਠੀਆਂ ਚੇਂਜ ਹੋ ਰਹੀਆਂ, ਦੈਟ ਇਜ਼ ਨੋਨ ਐਜ਼ ਅ ਸੈੱਟ। ਸੋ ਇਹਦੇ ਵਿੱਚ ਕੀ ਹੈ, ਜੋ ਸੈੱਟ ਆਫ ਡਾਟਾ ਬਿਟਸ ਚੇਂਜ ਹੋ ਜਾਣਗੀਆਂ, ਦੈਨ ਯੂ ਕੈਨ ਸੇ ਦਿਸ ਇਜ਼ ਅ ਬਰਸਟ ਐਰਰ। ਆਈ ਰਿਪੀਟ ਅਗੇਨ, ਡਿਊਰਿੰਗ ਟਰਾਂਸਮਿਸ਼ਨ ਆਫ ਡਿਜੀਟਲ ਡਾਟਾ the change of set of bits in sequence is called a burst error. डाटा सीक्वेंस का मतलब ये वाला सीक्वेंस 0 1 0 1 0 1 ये सीक्वेंस है। डाटा में पहली पोजीशन से 0 आएगा, दूसरी पोजीशन से 1 है, तीजी से 0 है, चौथी से अपने को 1 है, 5 तो बाद 6 होएगा, 0 होएगा, दैन 6th पोजीशन से की होएगा अपने को 1, दैट इज नोन एज अ सीक्वेंस। जो मेरे को पर्टिकुलर पोजीशन जी सीक्वेंस है और डाटा चेंज हो जाता है, उन्होंने की कहते हैं आप बरस्ट एरर कहते हैं। सो बरस्ट एरर कैलकुलेट कितना करते हैं, द बरस्ट एरर इज कैलकुलेटेड इन फ्रॉम द फर्स्ट बिट चेंज टू द लास्ट बिट चेंज। किस तरीके नाल, इन दिस केस यू कैन से मेरे को एक बिट चेंज हुई है दिस वन, 3rd पोजीशन से 1, और दूसरी मेरे को चेंज हुई है 5th पोजीशन से 1, ठीक है। एंड दैन अपने को देखो ध्यान ना देखो, एक बिट जी है इतने चेंज हुई है 3rd पोजीशन से ड्यूरिंग ट्रांसमिशन, और एक बिट मेरी ये चेंज हुई है 5th पोजीशन से। 3rd से 0 ਸੀਗਾ और 5th ਤੇ ਕੀ ਸੀਗਾ ਮੇਰੇ ਕੋਲ 0 ਸੀਗਾ, ਦੋਨੇ ਕੀ ਹੋ ਗਏ ਮੇਰੇ ਕੋਲ 1 1 ਹੋ ਗਏ। ਜਦੋਂ ਬਰਸਟ ਐਰਰ ਆਏਗਾ ਉਹਦੇ ਵਿੱਚ ਕੀ ਕਰੇਗਾ, ਇਹ ਐਰਰ ਕਿੱਦਾਂ ਕੈਲਕੂਲੇਟ ਕਰੇਗਾ, ਜਿਹੜੀ ਪਹਿਲੀ ਬਿਟ ਚੇਂਜ ਹੋਈ ਸੀਗੀ ਇਨ ਸੀਕੁਐਂਸ ਵਿੱਚ ਅਗਰ ਦੇਖੀਏ ਆਹ ਪਹਿਲੀ ਬਿਟ ਚੇਂਜ ਹੋ ਰਹੀ ਹੈ, ਠੀਕ ਹੈ, ਕਿਉਂਕਿ ਆਹ ਤਾਂ ਚੇਂਜ ਨਹੀਂ ਹੋਇਆ। ਸੋ ਚੇਂਜ ਜਿੱਥੋਂ ਬਿਟ ਚੇਂਜ ਹੋਏਗੀ ਉਹ ਪਹਿਲੀ ਬਿਟ ਹੋਏਗੀ, ਇਹ ਬਿਟ ਚੇਂਜ ਹੋਈ ਹੈ। ਸੋ ਕੀ ਕਹਿ ਰਿਹਾ, ਦ ਬਰਸਟ ਐਰਰ ਇਜ਼ ਕੈਲਕੂਲੇਟਿਡ ਇਨ ਫਰੋਮ ਦ ਫਸਟ ਬਿਟ ਚੇਂਜ, ਇੱਥੋਂ ਲੈ ਕੇ ਕਿਸ ਤਰ੍ਹਾਂ ਕੈਲਕੂਲੇਟ ਕਰਨਾ ਹੈ, टू द लास्ट बिट चेंज। लास्ट बिट कि चेंज हुई है मेरे को ये वाली 5th 1, ठीक है। इतने 1 सी 0 सी, इतने 1 हो गया, इतने भी 0 सी, इतने की हो गया 1 हो गया, ठीक है। जो मेरे को ये सैट नहीं बनया है, सो सैट कितना बनेगा, तो दैन जो अपने को सिस्टम होएगा वो की करेगा, द नंबर बिटवीन द 3rd एंड द 5th बिट पोजीशन कैन आल्सो कंसीडर एज अ एरर। दैट मीन जी चौथी बिट है, चौथी पोजीशन की बिट है, उन्होंने भी की करांगे आप एरर ही कंसीडर करांगे इन केस ऑफ अ बरस्ट एरर। सो दिस इज नोन एज अ सैट, जो ये चीज़ बन गई है दिस इज नोन एज अ सेट। लगातार अपने को बिट्स चेंज हो रही है, ठीक है, पर्टिकुलर सीक्वेंस विच, दैट इज नोन एज अ बरस्ट एरर। सो आई रिपीट अगेन, ध्यान रखना है कि अगर एक बिट चेंज हो रही है तो सिंगल बिट एरर, अगर 2 या 2 बिट तो ज़्यादा चेंज हो रही है डाटा सीक्वेंस विच तो दैन मल्टी बिट एरर और 2 बिट एरर। अगर मेरे को एक पर्टिकुलर सैट चेंज हो रहा बिट्स का सीक्वेंस विच, दैन दैट इज नोन एज अ बरस्ट एरर। और जो बरस्ट एरर कैलकुलेट कितना करांगे, जी पहली बिट चेंज हुई है उस तो लैके लास्ट में जी बिट चेंज हुई है और जो भी बिट्स होंगे सारिया ही एरर बिट कंसीडर की जाएगी, ऑलवेज कंसीडर, चाहे वो सही है। देख सकते हो कि 4 जी इतने भी 1 है, इतने भी 1 है, बट जो आप एज ए बरस्ट एरर लैके चलांगे तो दैन उन्होंने भी आप कंसीडर करांगे एज अ एरर, ठीक है। सो जो भी आपको करैक्ट करना है तो दैन आप सीक्वेंस को चैक करांगे, ये जिन्नियां भी बिट्स आ रही 3 तो 5 के सारे की कर देंगे आप चेंज कर, that is known as a burst error. So next is error detecting code। ਹੁਣ आप मान लो कि अपने को ट्रांसमिशन के एरर आ गया है, ठीक है, और जो ट्रांसमिट हो रहा रिसीवर को पहुंचा, रिसीवर को किया रॉन्ग एरर पहुंचा है, तो दैन वो कितना इंश्योर करांगे कि डाटा मेरे को जो पहुंचा है वो ठीक डाटा है, ओरिजिनल डाटा है, और या ये कोई चेंजिज हुई हैं, या डाटा मेरे को करप्टिड है या एरर है, दैन वो वास्ते आप मैथड यूज़ करते हैं या कोड यूज़ करते हैं जिन्होंने कि आप कहते हैं एरर डिटेक्टिंग कोड। ऑलवेज कीप इन माइंड, एरर डिटेक्टिंग कोड, ये करैक्टिंग कोड नहीं है, करैक्टिंग का मतलब ठीक करना। ये जो अपना कंसैप्ट आप यूज़ कर जा रहे हैं, दैट मीनस ये सिर्फ एरर डिटेक्ट करेगा कि भाई जो डाटा सेंड होया है या जो डाटा रिसीव होया है और कोई ना कोई एरर है। एरर कित्थे है, किहड़ी बिट ते एरर है, ये सानू ये वाला कोड नहीं दसेगा, और वास्ते सानू करैक्शन कोड चाहिए जिहड़ा कि आप नैक्सट सैशन के डिस्कस करांगे। सो की कह रहा है, वैन एवर अ मैसेज इज ट्रांसमिटेड इट मे बी स्क्रैम्बल्ड बाय नॉइस और डाटा मे बी करप्टिड। कहना कि जो भी डाटा ट्रांसमिट होएगा, सो जो भी डाटा ट्रांसमिट होएगा डैट मीनस वो या तो नॉइस करके नॉइस ऐड हो जाएगी, या डाटा किसी होर रीजन करके भी है करप्ट हो सकता है। दैन इसको किद्दां अवॉइड किया जाएगा, दैन टू अवॉइड दिस वी यूज़ अ एरर डिटेक्टिंग कोड। सो एरर नूं इसनूं
ਅਵੋਇਡ ਕਰਨ ਵਾਸਤੇ ਕਿ ਅਗਰ ਮੇਰੇ ਕੋਲ ਐਰਰ ਆ ਗਿਆ ਹੈ ਜਾਂ ਡਾਟਾ ਕਰਪਟ ਹੋ ਗਿਆ ਹੈ, ਉਹਨੂੰ ਡਿਟੈਕਟ ਕਰਨ ਵਾਸਤੇ ਆਪਾਂ ਕੀ ਯੂਜ਼ ਕਰਾਂਗੇ, ਐਰਰ ਡਿਟੈਕਟਿੰਗ ਕੋਡ ਕਰਾਂਗੇ। ਬੇਸਿਕਲੀ ਐਰਰ ਡਿਟੈਕਟਿੰਗ ਕੋਡ ਇਜ਼ ਨਥਿੰਗ ਬਟ these are the additional bits added to a given digital message to help us to detect an error if occurred during transmission of the message। ਸੋ ਜਿਹੜੇ ਆਪਣੇ ਕੋਲ ਪ੍ਰੋਬਲਮ ਆ ਰਹੀ ਹੈ ਡਿਊਰਿੰਗ ਟਰਾਂਸਮਿਸ਼ਨ, ਐਰਰ ਕੋਈ ਆ ਰਿਹਾ ਹੈ, ਇਹਨੂੰ ਅਵੋਇਡ ਕਰਨਾ ਜਾਂ ਡਿਟੈਕਟ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਐਰਰ ਡਿਟੈਕਸ਼ਨ ਕੋਡ ਯੂਜ਼ ਕਰਾਂਗੇ। ਬੇਸਿਕਲੀ ਕੀ ਹੋਏਗਾ, ਇਹ ਐਡੀਸ਼ਨਲ ਡਾਟਾ ਹੋਏਗਾ, ਕੋਈ ਹਾਰਡਵੇਅਰ ਨਹੀਂ ਹੈ, ਜਸਟ ਐਡੀਸ਼ਨਲ ਡਾਟਾ ਹੋਏਗਾ ਜਿਹੜਾ ਕਿ ਤੁਹਾਡੇ ਓਰੀਜਨਲ ਡਾਟਾ ਦੇ ਨਾਲ ਕੀ ਕਰ ਦਿੱਤਾ ਜਾਏਗਾ, ਐਡ ਕਰ ਦਿੱਤਾ ਜਾਏਗਾ। ਠੀਕ ਹੈ, ਆਈ ਰਿਪੀਟ ਅਗੇਨ, ਇਨ ਕੇਸ ਆਫ ਐਰਰ ਡਿਟੈਕਟਿੰਗ ਕੋਡ ਜਿਹੜਾ ਐਡੀਸ਼ਨਲ ਡਾਟਾ ਹੋਏਗਾ ਉਹ ਤੁਹਾਡੇ ਓਰੀਜਨਲ ਡਾਟਾ ਦੇ ਨਾਲ ਕੀ ਹੋ ਜਾਏਗਾ, ਐਡ ਹੋ ਜਾਏਗਾ। ਤਾਂ ਕਿਉਂ ਐਡ ਹੋਏਗਾ, ਤਾਂ ਕਿ ਆਪਾਂ ਇਹ ਸਾਡੀ ਹੈਲਪ ਕਰੇਗਾ ਕਿ ਟੂ ਡਿਟੈਕਟ ਦਾ ਐਰਰ। ਜਦੋਂ ਵੀ ਆਪਾਂ ਐਡੀਸ਼ਨਲ ਬਿਟ ਐਡ ਕਰਾਂਗੇ, ਇਹ ਐਡੀਸ਼ਨਲ ਬਿਟ ਦੀ ਮਦਦ ਦੇ ਨਾਲ ਆਪਾਂ ਐਰਰ ਨੂੰ ਕੀ ਕਰ ਸਕਦੇ ਹਾਂ, ਡਿਟੈਕਟ ਕਰ ਸਕਦੇ ਹਾਂ। ਆਪਾਂ ਮੀਨਸ ਕਿ ਕੋਡ ਕੀ ਕਰ ਸਕਦਾ, ਉਹਨੂੰ ਡਿਟੈਕਟ ਕਰ ਸਕਦਾ ਹੈ ਇਫ ਅਕਰ ਡਿਊਰਿੰਗ ਅ ਟਰਾਂਸਮਿਸ਼ਨ ਆਫ ਦਾ ਮੈਸੇਜ, ਜਦੋਂ ਉਹ ਅਕਰ ਹੋਇਆ ਸੀ ਜਾਂ ਪ੍ਰੋਡਿਊਸ ਹੋਇਆ ਸੀ, ਇੰਟਰੋਡਿਊਸ ਹੋਇਆ ਸੀਗਾ ਡਿਊਰਿੰਗ ਦਾ ਟਰਾਂਸਮਿਸ਼ਨ ਆਫ ਦਾ ਮੈਸੇਜ। ਸਭ ਤੋਂ ਸਿੰਪਲ ਐਗਜ਼ਾਮਪਲ ਜਿਹੜੀ ਐਰਰ ਡਿਟੈਕਸ਼ਨ ਕੋਡ ਦੀ ਹੈ ਉਹ ਆਪਣੇ ਕੋਲ ਹੈ ਪੈਰਿਟੀ ਚੈੱਕ। ਡੈਟ ਇਜ਼ ਅ ਵੈਰੀ ਇੰਪੋਰਟੈਂਟ। ਪੈਰਿਟੀ ਚੈੱਕ ਜਿਹੜੀ ਹੈ ਇਹ ਐਰਰ ਡਿਟੈਕਸ਼ਨ ਕੋਡ ਹੈ। ਇਹ ਕੀ ਕਰਦੀ ਹੈ ਕਿ ਅਗਰ ਡਾਟਾ ਆਪਣੇ ਕੋਲ ਸੈਂਡਰ ਨੇ ਟਰਾਂਸਮਿਟਰ ਨੇ ਸੈਂਡ ਕੀਤਾ ਔਰ ਰਿਸੀਵਰ ਦੇ ਉੱਪਰ ਉਹ ਪਹੁੰਚਿਆ ਹੈ, ਤਾਂ ਇਹਦੀ ਮਦਦ ਦੇ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਕਿ ਜੋ ਡਾਟਾ ਮੇਰੇ ਕੋਲ ਪਹੁੰਚਿਆ ਹੈ ਕੀ ਉਹਦੇ ਵਿੱਚ ਐਰਰ ਹੈ ਕਿ ਨਹੀਂ ਹੈ। ਅਗਰ ਐਰਰ ਨਹੀਂ ਹੋਏਗਾ ਤਾਂ ਡਾਟਾ ਅਸੈਪਟ ਹੋ ਜਾਏਗਾ, ਅਗਰ ਉਹਦੇ ਵਿੱਚ ਡਾਟਾ ਹੈ ਤੇ ਡਾਟਾ ਉਹ ਅਸੈਪਟ ਨਹੀਂ ਕਰੇਗਾ, ਦੈਨ ਟਰਾਂਸਮਿਟਰ ਨੂੰ ਦੁਬਾਰਾ ਡਾਟਾ ਫੇਰ ਸੈਂਡ ਕਰਨਾ ਪਏਗਾ। ਸੋ ਇਹ ਪ੍ਰੋਸੈਸ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਕਿ ਸਾਡੇ ਕੋਲ ਕਰੈਕਟ ਡਾਟਾ ਰਿਸੀਵ ਨਹੀਂ ਹੋ ਜਾਂਦਾ। ਸੋ ਪੈਰਿਟੀ ਚੈੱਕ ਜਿਹੜਾ ਹੈ ਤਾਂ ਆਪਣੇ ਕੋਲ ਸਿੰਪਲ ਹੈ, ਲੇਕਿਨ ਥੋੜਾ ਜਿਹਾ ਕੀ ਹੋਏਗਾ, ਇਹ ਡਿਫਿਕਲਟ ਹੋ ਜਾਂਦਾ ਹੈ ਕਿਉਂਕਿ ਡਾਟਾ ਜਦ ਤੱਕ ਅਸੈਪਟ ਨਹੀਂ ਹੋਏਗਾ ਜਦ ਤੱਕ ਕਿ ਉਹ ਕਰੈਕਟ ਨਹੀਂ ਹੋਏਗਾ। ਸੋ ਬਾਰ ਕੀ ਆਪਾਂ ਨੂੰ ਕੀ ਡਾਟਾ ਸੈਂਡ ਕਰਨਾ ਪਏਗਾ। ਇਟ ਵਿਲ ਵੇਸਟ ਅ ਲੋਟ ਆਫ ਟਾਈਮ ਐਜ਼ ਵੈਲ ਐਜ਼ ਅ ਰਿਸੋਰਸਿਸ। ਸੋ ਆਲ ਇਨ ਆਲ ਕੀ ਹੋ ਗਿਆ, ਐਰਰ ਡਿਟੈਕਸ਼ਨ ਉਹ ਕੋਡ ਜਿਹੜਾ ਕਿ ਐਰਰ ਨੂੰ ਡਿਟੈਕਟ ਕਰਨ ਦੇ ਵਿੱਚ ਕੰਮ ਆਉਂਦਾ ਹੈ ਐਟ ਦ ਰਿਸੀਵਰ ਐਂਡ। ਠੀਕ ਹੈ, ਔਰ ਜਿਹੜਾ ਡਾਟਾ ਡਿਊਰਿੰਗ ਟਰਾਂਸਮਿਸ਼ਨ ਚੇਂਜ ਹੋਇਆ ਹੈ ਉਹਨੂੰ ਆਪਾਂ ਐਰਰ ਡਿਟੈਕਟਿੰਗ ਕੋਡਸ ਕਹਿੰਦੇ ਹਾਂ। ਐਰਰ ਡਿਟੈਕਟਿੰਗ ਕੋਡ ਇਜ਼ ਨਥਿੰਗ ਬਟ ਇਟ ਇਜ਼ ਅ ਐਡੀਸ਼ਨਲ ਬਿਟਸ ਹੁੰਦੀਆਂ ਹੈ ਜਿਹੜੀਆਂ ਕਿ ਤੁਹਾਡੀ ਓਰੀਜਨਲ ਬਿਟਸ ਦੇ ਨਾਲ ਕੀ ਹੋ ਜਾਂਦੀਆਂ, ਐਡ ਹੋ ਜਾਂਦੀਆਂ। ਸੋ ਜਦੋਂ ਰਿਸੀਵਰ ਕੋਲ ਪਹੁੰਚਣਗੀਆਂ ਜਿਹੜੀਆਂ ਇਹ ਐਡੀਸ਼ਨਲ ਬਿਟਸ ਸੀ ਇਹ ਰਿਮੂਵ ਹੋ ਜਾਣਗੀਆਂ, ਓਰੀਜਨਲ ਡਾਟਾ ਕੀ ਹੋ ਜਾਏਗਾ, ਅਲੱਗ ਹੋ ਜਾਏਗਾ। ਦੈਨ ਉਸ ਡਾਟਾ ਦੇ ਉੱਪਰ ਜਿਹੜਾ ਸਿਸਟਮ ਹੈ ਪ੍ਰੋਸੈਸਿੰਗ ਕਰਨੀ ਸਟਾਰਟ ਕਰ ਦੇਗਾ। ਕਲੀਅਰ। ਸੋ ਕਿਸ ਤਰੀਕੇ ਨਾਲ, ਲਾਈਕ ਫॉर एग्जांपल ਅ ਡਾਟਾ ਬਿਟਸ ਅਲੋਂਗ ਵਿਦ ਦ ਪੈਰਿਟੀ ਬਿਟਸ ਫਾਰਮ ਅ ਵਰਡ ਕੋਡ। ਸੋ ਡਾਟਾ ਬਿਟਸ ਕਿਹੜਾ ਹੋਏਗਾ, ਜਿਹੜਾ ਤੁਸੀਂ ਸੈਂਡ ਕੀਤਾ ਓਰੀਜਨਲ ਡਾਟਾ, ਦੈਟ ਇਜ਼ 1010 ਫॉर एग्जांपल, ਉਹਦੇ ਨਾਲ ਕੀ ਆਪਾਂ ਪੈਰਿਟੀ ਬਿਟ 1 ਜਾਂ 2 ਜਾਂ 3 ਬਿਟਸ ਆਪਾਂ ਜਾਂ ਮਲਟੀਪਲ ਬਿਟਸ ਆਪਾਂ ਪੈਰਿਟੀ ਐਡ ਕਰ ਦਾਂਗੇ, ਉਹ ਕੀ ਬਣ ਜਾਏਗਾ, ਮੇਰੇ ਕੋਲ ਕੋਡ ਵਰਡ ਬਣ ਜਾਏਗਾ। ਸੋ ਮੰਨ ਲਓ ਮੇਰੇ ਕੋਲ ਇਹ ਵਾਲਾ ਡਾਟਾ ਹੈ 5 ਬਿਟ ਦਾ ਡਾਟਾ ਹੈ, ਮੰਨ ਲਓ ਇਹ ਆਪਾਂ ਸੈਂਡ ਕਰਨਾ ਹੈ। ਮੰਨ ਲਓ ਇਹ ਮੇਰੇ ਕੋਲ ਓਰੀਜਨਲ ਡਾਟਾ ਹੈ 1010 ਐਂਡ ਇਹ ਮੇਰੇ ਕੋਲ ਕੀ ਹੈ, ਪੈਰਿਟੀ ਬਿਟ ਹੈ। ਪੈਰਿਟੀ ਬਿਟ ਦੀ ਵੈਲਿਊ ਜਾਂ 1 ਹੋਏਗੀ ਜਾਂ 0 ਹੋਏਗੀ। ਜਿਹੜੀ ਆਹ ਚੀਜ਼ ਐਡ ਹੋਈ ਹੈ ਡੈਟ ਇਜ਼ ਨੋਨ ਐਜ਼ ਅ ਐਡੀਸ਼ਨਲ ਬਿਟ। ਦਿਸ ਇਜ਼ ਯੋਰ ਓਰੀਜਨਲ ਡਾਟਾ ਐਂਡ ਦਿਸ ਇਜ਼ ਯੋਰ ਐਡੀਸ਼ਨਲ ਡਾਟਾ। ਠੀਕ ਹੈ, ਸੋ ਦੋਨੇ ਮਿਲ ਕੇ ਕੀ ਬਣ ਜਾਂਦਾ, ਮੇਰੇ ਕੋਲ ਕੋਡ ਵਰਡ ਬਣ ਜਾਂਦਾ। ਜਿੱਦਾਂ ਕਿ ਆਪਾਂ ਪ੍ਰੀਵੀਅਸ ਡਿਸਕਸ ਕਰ ਚੁੱਕੇ ਹਾਂ ਕਿ ਡਾਟਾ ਨੂੰ ਰਿਪਰੈਜ਼ੈਂਟ ਕਰਨ ਲਈ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ ਜਿਹੜੀ ਦੂਸਰੀ ਫਾਰਮ ਆਏਗੀ ਉਹਨੂੰ ਕੀ ਕਹਿੰਦੇ ਆਪਾਂ, ਕੋਡ ਵਰਡ ਕਹਿੰਦੇ ਹਾਂ। ਠੀਕ ਹੈ, ਜਦੋਂ ਇਹ ਡਾਟਾ ਫਾਰਮੇਸ਼ਨ ਕੋਡ ਵਰਡ ਦੀ ਹੋ ਜਾਏਗੀ ਦੈਨ ਇਹ ਸੈਂਡਰ ਟੂ ਰਿਸੀਵਰ ਵੱਲ ਕੀ ਕਰ ਦਾਂਗੇ, ਆਪਾਂ ਸੈਂਡ ਕਰ ਦਾਂਗੇ। ਰਿਪੀਟ ਅਗੇਨ, ਡਾਟਾ ਬਿਟਸ, ਡਾਟਾ ਬਿਟਸ ਵੀ ਓਰੀਜਨਲ ਡਾਟਾ ਜਿਹੜਾ ਹੈ ਅਲੋਂਗ ਵਿਦ ਦਾ ਪੈਰਿਟੀ ਬਿਟ ਫਾਰਮ ਆ ਕੋਡ ਵਰਡ। ਇਹ ਓਰੀਜਨਲ ਡਾਟਾ ਹੋ ਗਿਆ, ਇਹ ਤੁਹਾਡੀ ਪੈਰਿਟੀ ਬਿਟ ਹੋ ਗਈ। ਸੋ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਕੋਲ ਐਰਰ ਡਿਟੈਕਸ਼ਨ ਮੈਥਡਸ ਹੈ ਜਾਂ ਕੋਡਸ ਹੈ, ਬਟ ਅਕੋਰਡਿੰਗ ਟੂ ਸਿਲੇਬਸ ਆਪਾਂ ਪੈਰਿਟੀ ਚੈੱਕ ਜਿਹੜਾ ਹੈ ਸਿਰਫ ਇਹੀ ਡਿਸਕਸ ਕਰਾਂਗੇ। ਬਾਕੀ ਆਪਾਂ ਇਨ ਕਲਾਸ 1 ਬਾਏ 1 ਫॉर ਯੂਰ ਨੌਲੇਜ ਕੀ ਆਪਾਂ ਡਿਸਕਸ ਕਰਾਂਗੇ ਕਿ ਇਹ ਕੀ ਹੁੰਦੇ ਆ। ਸੋ ਨਾਮ ਕੀ ਹੈ, ਪਹਿਲਾ ਮੇਰੇ ਕੋਲ ਪੈਰਿਟੀ ਚੈਕਿੰਗ ਔਰ ਜੋ ਕਿ ਪੈਰਿਟੀ ਐਰਰ ਡਿਟੈਕਸ਼ਨ ਕੋਡ। ਸੈਕਿੰਡ ਇਜ਼ ਸਾਈਕਲਿਕ ਰਿਡੰਡੈਂਸੀ ਚੈੱਕ, ਦੈਟ ਇਜ਼ CRC। ਇਹਦੀ ਫੁੱਲ ਫਾਰਮ ਯਾਦ ਕਰ ਲੈਣੀ ਹੈ, ਪੇਪਰ ਵਿੱਚ ਬਲੈਂਕਸ ਆ ਸਕਦੀ ਹੈ ਕਿ ਵਾਟ ਇਜ਼ ਦ ਫੁੱਲ ਫਾਰਮ ਆਫ CRC ਜਾਂ CRC stands for, that is cyclic redundancy check. Then longitudinal redundancy check, that is LRC, and last is a checksum. These are the few error detection code ਜਿਹੜੀ ਮਦਦ ਦੇ ਨਾਲ ਆਪਾਂ ਐਰਰ ਨੂੰ ਡਿਟੈਕਟ ਕਰ ਸਕਦੇ ਹਾਂ ਅਗਰ ਉਹ ਡਿਊਰਿੰਗ ਟਰਾਂਸਮਿਸ਼ਨ ਪ੍ਰੋਡਿਊਸ ਹੋਇਆ ਹੈ ਜਾਂ ਇੰਟਰੋਡਿਊਸ ਹੋਇਆ ਹੈ। ਠੀਕ ਹੈ, ਪੈਰਿਟੀ ਚੈੱਕ ਦੇ ਵਿੱਚ ਆਪਾਂ ਪੈਰਿਟੀ ਬਿਟਸ ਐਡ ਕਰਾਂਗੇ। ਇਹਦੇ ਵਿੱਚ ਆਪਾਂ ਡਿਵੀਜ਼ਨ ਮੈਥਡ ਯੂਜ਼ ਕਰਾਂਗੇ। ਇਹਦੇ ਵਿੱਚ ਡਿਵਾਈਡਰ ਇੱਕ ਕਾਂਸਟੈਂਟ ਹੋਏਗਾ, ਠੀਕ ਹੈ, ਡਿਵੀਜ਼ਰ, ਤੇ ਦੈਨ ਉਹਨੂੰ ਆਪਾਂ ਰਿਮਾਈਂਡਰ ਦੇ ਅਕੋਰਡਿੰਗ ਆਪਾਂ ਚੈੱਕ ਕਰਾਂਗੇ ਕਿ ਅਗਰ ਰਿਮਾਈਂਡਰ 0 ਤੇ ਕੋਈ ਵੀ ਚੇਂਜ ਨਹੀਂ ਹੈ, ਅਗਰ ਅਦਰ ਦੈਨ 0 ਆ ਜਾਂਦਾ ਦੈਟ ਮੀਨਸ ਉਹਦੇ ਵਿੱਚ ਚੇਂਜਿਸ ਹੈਗੀਆਂ ਹੈ। ਦੈਨ ਲੌਂਗੀਟਿਊਡਨਲ ਰਿਡੰਡੈਂਸੀ ਚੈੱਕ ਦੇ ਵਿੱਚ ਕੀ ਹੁੰਦਾ, ਕਾਲਮ ਹੈ ਰੋਜ਼ ਵਾਈਜ਼ ਡਾਟਾ ਨੂੰ ਆਪਾਂ ਕੰਸੀਡਰ ਕਰਦੇ ਹਾਂ। ਚੈੱਕ ਸਮ ਦੇ ਵਿੱਚ ਕੀ ਆਪਾਂ
दो डिफरेंट वर्ड ਨੂੰ ਕੀ ਐਡ ਕਰ ਦਿੰਦੇ ਹਾਂ, ਦੈਨ ਉਹਦਾ ਰਿਜ਼ਲਟ ਆਪਾਂ ਓਰੀਜਨਲ ਡਾਟਾ ਵਿੱਚ ਐਡ ਕਰ ਦਿੰਦੇ ਹਾਂ। ਸੋ ਫਿਲਹਾਲ ਆਪਾਂ ਇਹਨਾਂ ਕੇਸਿਸ 'ਤੇ ਨਾ ਜਾਈਏ, ਆਪਾਂ ਡਿਸਕਸ ਕਰਾਂਗੇ ਪੈਰਿਟੀ ਚੈਕਿੰਗ ਅਕੋਰਡਿੰਗ ਟੂ ਅ ਸਿਲੇਬਸ। ਸੋ ਪੈਰਿਟੀ ਚੈੱਕ ਕਰਨ ਤੋਂ ਪਹਿਲਾਂ ਇੱਕ ਸਿਨੈਰੀਓ ਦੇਖ ਲਈਏ ਕਿ ਡਾਟਾ ਕਿੱਧਰੋਂ ਕਿੱਧਰ ਮੂਵ ਕਰਦਾ ਹੈ, ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਮੂਵ ਕਰਦਾ ਹੈ, ਉਹ ਕਿਹੜੇ ਕੰਪੋਨੈਂਟਸ ਆਉਂਦੇ ਹੈ। ਫॉर एग्जांपल in this case this is not definition of parity, this is overview है कि डाटा किस जगह तो किस जगह मूव करता है। सो की कह रहा है डिजिटल सिग्नल्स आर प्रोसैस्ड फॉर परफॉर्मिंग वेरीअस ऑपरेशंस। ये डिजिटल सिग्नल्स है वो आप अलग अलग तरीके प्रोसैस करते हैं ताकि अलग अलग टास्क परफॉर्म कर सकिए। फॉर एग्जांपल एक डिजिटल सिग्नल यूज़ कर रहे हैं जो कि एडिशन का टास्क परफॉर्म कर रहा है, एक सिग्नल आप सेंड कर जो मल्टीप्लाई का टास्क परफॉर्म कर रहा है, एक सिग्नल सेंड कर रहा है जो सबट्रैक्शन का टास्क परफॉर्म कर रहा है। सो जिन्ने भी डिजिटल सिग्नल है वो प्रोसैस होंगे हैं ताकि वो ਜਿਹੜੇ ਵੇਰੀਅਸ ਟਾਸਕ ਹੈ ਆਪਾਂ ਪਰਫਾਰਮ ਕਰ ਸਕੀਏ, ਕਿਉਂਕਿ ਆਪਾਂ ਨੂੰ ਪਤਾ ਹੈ ਆਊਟਪੁੱਟ ਉਦੋਂ ਹੀ ਆਏਗੀ ਜਦੋਂ ਆਪਾਂ ਇਨਪੁੱਟ ਦੇਵਾਂਗੇ। ਅਗਰ ਆਪਣੇ ਕੋਲ ਡਿਜੀਟਲ ਸਿਗਨਲ ਤੇ ਡਾਟਾ ਆਪਣੇ ਕੋਲ ਡਿਜੀਟਲ ਸਿਗਨਲ ਦੀ ਡਿਜੀਟਲ ਫਾਰਮ ਦੇ ਵਿੱਚ ਹੋਏਗਾ ਤਾਂ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਆਪਰੇਸ਼ਨ ਪਰਫਾਰਮ ਕਰ ਸਕੇ। ਸੋ ਇਹਦੇ ਵਾਸਤੇ ਕੀ ਹੋਏਗਾ, and these digital signals are transmitted from one circuit or system to another circuit or a system। ਸੋ ਇਹਦੇ ਵਾਸਤੇ ਕੀ ਹੋਏਗਾ, ਜਦੋਂ ਆਪਾਂ ਪ੍ਰੋਸੈਸਿੰਗ ਕਰਨੀ ਹੈ ਵੇਰੀਅਸ ਟਾਸਕ ਪਰਫਾਰਮ ਕਰਨੇ ਆ, ਉਹਦੇ ਵਿੱਚ ਸਿਰਫ ਇੱਕ ਸਰਕਿਟ ਨਹੀਂ ਹੁੰਦਾ, ਮਲਟੀਪਲ ਸਰਕਿਟਸ ਔਰ ਮਲਟੀਪਲ ਸਿਸਟਮ ਹੋ ਸਕਦੇ ਆ। ਤਾਂ ਉਸ ਕੇਸ ਵਿੱਚ ਜਿਹੜਾ ਸਿਗਨਲ ਹੈ ਇੱਕ ਸਰਕਿਟ ਤੋਂ ਦੂਸਰੀ ਸਰਕਿਟ ਟਰਾਂਸਮਿਟ ਹੋ ਸਕਦਾ ਹੈ ਜਾਂ ਇੱਕ ਸਿਸਟਮ ਤੋਂ ਦੂਸਰੇ ਸਿਸਟਮ ਟਰਾਂਸਮਿਟ ਹੋ ਸਕਦਾ ਹੈ। ਫॉर एग्जांपल ਮੰਨ ਲਓ ਮੇਰੇ ਕੋਲ ਇਹ ਸਰਕਿਟ ਹੈ, ਮੈਂ ਐਗਜ਼ਾਮਪਲ ਲੈ ਰਿਹਾ, ਠੀਕ ਹੈ। ਤੇ ਦੈਨ ਇਹਨੇ ਆਪਣੇ ਇਹਨੂੰ ਇਨਪੁਟ ਦਿੱਤੀ, ਇਹਨੇ ਆਊਟਪੁੱਟ ਪ੍ਰੋਡਿਊਸ ਕੀਤੀ ਹੈ ਔਰ ਜਿਹੜੀ ਇਹਦੀ ਆਊਟਪੁੱਟ ਹੋਏਗੀ ਇਹ ਟਰਾਂਸਮਿਟ ਹੋਏਗੀ ਟੂ ਦਾ ਅਨਦਰ ਸਰਕਿਟ, ਠੀਕ ਹੈ। ਦੈਨ ਇਟ ਵਿਲ ਪਰਫਾਰਮ ਆ ਪਾਰਟੀਕੂਲਰ ਟਾਸਕ ਔਰ ਕੋਈ ਨਾ ਕੋਈ ਆਪਣੇ ਕੋਲ ਕੀ ਹੈ ਰਿਜ਼ਲਟ ਪ੍ਰੋਡਿਊਸ ਹੋਣਗੇ। ਸੋ ਇਸ ਕਰਕੇ ਲਿਖਿਆ ਹੋਇਆ ਹੈ, ਕਹਿੰਦਾ ਕਿ ਜਿਹੜਾ ਡਿਜੀਟਲ ਸਿਗਨਲ ਹੈ ਉਹ ਇੱਕ ਸਰਕਿਟ ਤੋਂ ਦੂਸਰੇ ਸਰਕਿਟ ਵੀ ਟਰਾਂਸਫਰ ਹੋ ਸਕਦਾ ਹੈ ਵਿਦ ਇਨ ਦਾ ਸੇਮ ਸਿਸਟਮ ਇੱਕੋ ਹੀ ਹੈ ਲੇਕਿਨ ਉਹਦੇ ਵਿੱਚ ਮਲਟੀਪਲ ਸਰਕਿਟ ਲੱਗੇ ਹੋਏ ਆ ਤੇ ਡਾਟਾ ਇੱਕ ਸਰਕਿਟ ਤੋਂ ਦੂਸਰੇ ਸਰਕਿਟ ਜੋ ਟਰਾਂਸਫਰ ਹੋਏਗਾ ਉਦੋਂ ਵੀ ਐਰਰ ਆ ਸਕਦਾ ਹੈ। ਐਂਡ ਔਰ ਯੂ ਕੈਨ ਸੇ ਆ ਵਨ ਸਿਸਟਮ ਟੂ ਅਨਦਰ ਸਿਸਟਮ। ਹੁਣ ਅਗਰ ਮੇਰੀ ਗੱਲ ਕਰਾਂ, ਦਿਸ ਇਜ਼ ਅ ਪ੍ਰਿੰਟਡ ਸਰਕਿਟ ਬੋਰਡ, ਤੁਸੀਂ ਦੇਖ ਸਕਦੇ ਹੋ ਕਿ ਇਹ ਮਲਟੀਪਲ ਲਾਈਨਸ ਹੈ ਜਿਹੜੀਆਂ ਗਲੋ ਕਰ ਰਹੀਆਂ, ਦੀਜ਼ ਆਲ ਆਰ ਸਰਕਿਟਸ ਹੈਗੇ। ਇਹਦੇ ਵਿੱਚ ਡਾਟਾ ਇੱਕ ਸਰਕਿਟ ਤੋਂ ਦੂਸਰੀ ਸਰਕਿਟ ਕੀ ਆ ਟਰਾਂਸਫਰ ਹੋ ਰਿਹਾ ਵਿਦ ਇਨ ਦਾ ਸੇਮ ਸਿਸਟਮ ਹੋ ਰਿਹਾ, ਦੈਟ ਇਜ਼ ਨੋਨ ਐਜ਼ ਅ PCB ਪ੍ਰਿੰਟਡ ਸਰਕਿਟ ਬੋਰਡ, ਜਿਹੜਾ ਕਿ ਤੁਹਾਡੇ ਡਿਜੀਟਲ ਸਿਸਟਮ ਦੇ ਅੰਦਰ ਹਰ ਇੱਕ ਵਿੱਚ ਇਹ ਲੱਗਿਆ ਹੁੰਦਾ, ਠੀਕ ਹੈ। ਸੋ ਦੀਜ਼ ਆਰ ਕਨੈਕਟਿੰਗ ਲਾਈਨਸ ਹੈਗੀਆਂ ਆ, ਯੂ ਕੈਨ ਸੇ ਇੰਟੀਗ੍ਰੇਟਿਡ ਵਾਇਰਸ ਹੈਗੀਆਂ ਜਿਹੜੇ ਉਹ ਸਿਗਨਲ ਕੈਰੀ ਕਰਦੇ ਆ ਫਰੋਮ ਵਨ ਪਲੇਸ ਟੂ ਸਮ ਅਨਦਰ ਪਲੇਸ ਵਿਦ ਇਨ ਦਾ ਸੇਮ ਸਿਸਟਮ, ਔਰ ਯੂ ਕੈਨ ਸੇ ਵਨ ਸਰਕਿਟ ਟੂ ਅਨਦਰ ਸਰਕਿਟ। ਸੋ ਇਨ ਦਿਸ ਇਜ਼ ਵਨ ਸਰਕਿਟ, ਇਹਦੀ ਆਊਟਪੁੱਟ ਜਿਹੜੀ ਹੈ ਇਹ ਆਪਾਂ ਸੈਂਡ ਕਰਾਂਗੇ ਟੂਵਰਡ ਦਾ ਅਨਦਰ ਸਰਕਿਟਸ, ਠੀਕ ਹੈ। ਇਹਦੇ ਵਿੱਚ ਵੀ ਐਰਰ ਆਉਣ ਦੇ ਚਾਂਸਿਸ ਹੋ ਸਕਦੇ ਆ। ਐਂਡ ਵਨ ਸਿਸਟਮ ਟੂ ਅਨਦਰ ਸਿਸਟਮ ਮੀਨਸ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੋਂ ਆਪਾਂ ਸੈਂਡ ਕਰਦੇ ਹਾਂ, ਉੱਥੇ ਵੀ ਆਪਣੇ ਕੋਲ ਡਿਜੀਟਲ ਸਿਗਨਲ ਕੀ ਹੈ ਟਰਾਂਸਮਿਟ ਹੁੰਦਾ। ਸੋ ਆਲਵੇਜ਼ ਕੀਪ ਇਨ ਮਾਈਂਡ, ਟਰਾਂਸਮਿਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਕੰਪਿਊਟਰ ਤੋਂ ਡਾਟਾ ਦੂਸਰੇ ਕੰਪਿਊਟਰ ਟਰਾਂਸਮਿਟ ਕਰਨਾ ਹੈ, ਉਹਦੇ ਵਿੱਚ ਆਪਣੇ ਕੋਲ ਵਿਦ ਇਨ ਦਾ ਸਿਸਟਮ ਇੱਕ ਸਰਕਿਟ ਤੋਂ ਦੂਸਰੀ ਸਰਕਿਟ ਵੀ ਆਪਾਂ ਡਾਟਾ ਨੂੰ ਕੀ ਕਰਦੇ ਹਾਂ ਟਰਾਂਸਮਿਟ ਕਰਦੇ ਹਾਂ। clear, when these binary signals are transmitted from one location called a transmitter to another location, you can say a receiver, transmission errors may occur because of electrical noise in the transmission channel। so ਜਦੋਂ ਵੀ ਆਪਣੇ ਕੋਲ ਇਹ ਬਾਈਨਰੀ ਸਿਗਨਲ ਟਰਾਂਸਮਿਟ ਹੋਏਗਾ ਇੱਕ ਲੋਕੇਸ਼ਨ ਜਦੋਂ ਸੈਂਡ ਕਰਦੇ ਆਪਾਂ ਪਤਾ ਟਰਾਂਸਮਿਟਰ ਹੁੰਦਾ ਹੈ ਟੂ ਅਨਦਰ ਲੋਕੇਸ਼ਨ ਜਿੱਥੇ ਰਿਸੀਵ ਹੋਣਾ ਰਿਸੀਵਰ ਹੁੰਦਾ ਹੈ, ਟਰਾਂਸਮਿਸ਼ਨ ਐਰਰ ਉਹਦੇ ਵਿੱਚ ਆ ਸਕਦਾ ਹੈ ਕਿਹਦੇ ਕਾਰਨ, ਡਿਊ ਟੂ ਦਾ ਇਲੈਕਟ੍ਰਿਕ ਨੋਇਸ ਇਨ ਦਾ ਟਰਾਂਸਮਿਸ਼ਨ ਚੈਨਲ। ਉਹ ਜਿਹੜੀ ਤਾਰ ਹੈ ਵਾਇਰ ਜਿਹੜੀ ਹੈ ਉਹਦੇ ਵਿੱਚ ਆਪਣੇ ਕੋਲ ਇਲੈਕਟ੍ਰਿਕ ਨੋਇਸ ਐਡ ਹੋ ਸਕਦੀ ਹੈ ਜਿਸ ਕਰਕੇ ਐਰਰ ਕੀ ਹੋ ਜਾਂਦਾ ਹੈ ਪ੍ਰੋਡਿਊਸ ਹੋ ਜਾਂਦਾ ਹੈ, ਠੀਕ ਹੈ। ਸੋ ਡਿਊ ਟੂ ਟਰਾਂਸਮਿਸ਼ਨ ਐਰਰ a signal transmitted as 0 may be received as 1 or a vice versa। during transmission error ਕੀ ਹੋਏਗਾ, ਜਿਹੜਾ ਆਪਾਂ ਸਿਗਨਲ ਫੋਰ ਐਗਜ਼ਾਮਪਲ 0 ਟਰਾਂਸਮਿਟ ਕੀਤਾ ਹੈ ਬਟ ਉਹ ਜਾ ਕੇ ਰਿਸੀਵ ਹੋਇਆ ਮੈਨੂੰ 1 ਰਿਸੀਵ ਹੋ ਰਿਹਾ, ਦੈਟ ਇਜ਼ ਨੋਨ ਐਜ਼ ਐਰਰ। ਜਾਂ ਫਿਰ ਆਪਾਂ 1 ਟਰਾਂਸਮਿਟ ਕੀਤਾ ਸੀ ਲੇਕਿਨ ਰਿਸੀਵ ਕੀ ਹੋ ਰਿਹਾ ਮੇਰੇ ਕੋਲ ਉਹ 0 ਰਿਸੀਵ ਹੋ ਰਿਹਾ। ਗ੍ਰਾਫਿਕਲੀ ਦੇਖੀਏ ਤਾਂ ਫੋਰ ਐਗਜ਼ਾਮਪਲ ਦਿਸ ਇਜ਼ ਅ ਟਰਾਂਸਮਿਟਰ ਇਨ ਡਾਟਾ ਸੈਂਡ ਕਰਨਾ ਹੈ, ਦਿਸ ਇਜ਼ ਅ ਰਿਸੀਵਰ। ਸੋ ਟਰਾਂਸਮਿਟਰ ਨੇ ਇਹ ਆਪਣੇ ਕੋਲ ਡਾਟਾ ਸੈਂਡ ਕੀਤਾ ਹੈ ਦੈਟ ਇਜ਼ 1011, ਠੀਕ ਹੈ। ਐਂਡ ਸਪੋਜ਼ ਐਟ ਦਿਸ ਪੁਆਇੰਟ ਕੀ ਹੋਇਆ ਡਾਟਾ ਚੇਂਜ ਹੋ ਗਿਆ, ਨੋਇਸ ਐਡ ਹੋਈ ਹੈ, ਇਹਨੇ ਕੀਤਾ ਜਿਹੜਾ ਇਹ 1 ਸੀ ਉਹਨੂੰ ਕੀ ਕਰਤਾ 0 ਕਰ ਦਿੱਤਾ ਐਟ ਦਿਸ ਪੁਆਇੰਟ, ਕਿਉਂਕਿ ਨੋਇਸ ਐਡ ਹੋ ਗਈ ਡਾਟਾ ਮੇਰੇ ਕੋਲ ਕੀ ਹੋ ਗਿਆ ਚੇਂਜ ਹੋ ਗਿਆ। ਉਹ ਅਗਾਂਹ ਕੀ ਹੈ ਰਿਸੀਵਰ ਕੋਲ ਕੀ ਹੈ ਡਾਟਾ ਪਹੁੰਚ ਜਾਏਗਾ, ਠੀਕ ਹੈ। ਨਾਓ ਦੇਖੋ ਆਪਾਂ ਸੈਂਡ ਕੀ ਕੀਤਾ ਸੀ 1011 ਲੇਕਿਨ ਜਦੋਂ ਨੋਇਸ ਐਡ ਹੋ ਗਈ ਕੀ ਹੋ ਗਿਆ ਮੇਰੇ ਕੋਲ 1010 ਔਰ ਦਿਸ ਇਜ਼ ਨੋਨ ਐਜ਼ ਅ ਐਰਰ। ਜਦੋਂ ਵੀ ਆਪਣੇ ਕੋਲ ਡਾਟਾ ਚੇਂਜ ਹੋ ਜਾਏਗਾ ਡੈਟ ਇਜ਼ ਨੋਨ ਐਜ਼ ਅ ਐਰਰ। ਕਲੀਅਰ, ਰਿਪੀਟ ਦੇਖ ਲਓ ਇਹ ਡਾਇਗਰਾਮ। in this case ट्रांसमीटर डाटा सेंड कर रहा है like this, ठीक है। इस पॉइंट के ऊपर मेरे को की है नॉइस ऐड हो गई है
उन्हें सपोज एक बिट चेंज करती है, 1 का करता 0 और सेम डाटा की है रिसीवर कोल पहुँच गया। ठीक है, हम अपने को ओरिजिनल डाटा सीगा जो ट्रांसमीटर ने किया 1011 है, लेकिन रिसीव की हुआ है मेरे को 1010। सो डाटा चेंज हो गया, दिस इज नोन एज अ एरर। सो ऑल इन ऑल की हो गया कि जो डाटा जोड़ा है डिजिटल सिग्नल है वो अलग अलग ऑपरेशन परफॉर्म कर सकते हैं, उपर आप प्रोसैसिंग कर सकते हैं एंड उन्होंने आप ट्रांसफर करते हैं फ्रॉम वन सर्किट टू अनदर सर्किट और फ्रॉम वन सिस्टम टू अनदर सिस्टम। अगर आप सर्किट की गल करिए डेट मीन विद इन द सेम सिस्टम एक सर्किट तो दूसरे सर्किट डाटा सेंड करते इट इज़ आल्सो नोन एज अ ट्रांसमिशन। सिमिलरली जो आप एक सिस्टम तो दूसरे सिस्टम डाटा सेंड करते हैं डेट इज़ आल्सो नोन एज अ ट्रांसमिशन। ठीक है, जरूरी नहीं है कि कंप्यूटर सिस्टम लागे लागे पे हो, एक सिस्टम ਤੁਹਾਡੇ घर ਪਿਆ ਹੋਇਆ, एक कितने एनी अदर प्लेस इन द सिटी या इन द स्टेट कितने भी अपने को अलग जगह के उपर पिया हो सकता है। जो भी डाटा सेंड हो रहा है कम्युनिकेशन हो रही है, ट्रांसमिशन हो रही है और उस ट्रांसमिशन में एरर आ सकता है। सो वो एरर को डिटेक्ट करने आप मैथड यूज़ करते हैं एरर डिटेक्टिंग। क्लियर, so these are the circuits and these are the system transmitter as well as a receiver। ये सेंड करेगा, ट्रांसमिट करेगा, ये रिसीव करेगा, और अकॉर्डिंग ने नाम रखे हुए हैं। नाउ लेट्स आ पैरिटी। हुण आपां गल करांगे पैरिटी की है या पैरिटी एरर डिटेक्शन कोड की है, किद्दां डिटेक्ट करती है। पैरिटी बिट इज आल्सो नोन एज अ रिडंडेंट बिट, ऑलवेज कीप इन माइंड। पैरिटी बिट नूं आपां रिडंडेंट बिट भी कहते हैं और यू कैन से एडिशनल बिट भी कह सकते हैं। इज अ चैक बिट, बेसिकली की है ये चैक बिट है। चैक बिट भी डाटा ਨੂੰ चैक करती है कि डाटा मेरे को प्रॉपर रिसीव होया कि नहीं होया, ਉੱਥੇ ਆਪਾਂ पैरिटी बिट यूज़ करते हैं। आई रिपीट इन रिडंडेंट मीनस की ਹੁੰਦਾ है एडिशनल बिट्स और इज अ चैक बिट, चैक करेगी कि डाटा रिसीव होया कि वो करेक्ट है और इनकरेक्ट है। विच इज़ एडिड टू द ब्लॉक ऑफ डाटा दैट इज़ अ बाइनरी फॉर्म ਦੇ ਵਿੱਚ ਹੋਏਗਾ फॉर एरर डिटेक्शन परपस। और ये जी पैरिटी बिट है ਤੁਹਾਡੇ ਕੋਲ ओरिजिनल ब्लॉक ऑफ डाटा के नाल की हो जाएगी ऐड हो जाएगी। किस परपज वास्ते क्यों ऐड करांगे, ताकि आप एरर नू डिटेक्ट कर सकिए। ठीक है, सो आई रिपीट अगेन, पैरिटी बिट और यू कैन से अ रिडंडेंट बिट इज अ चेक बिट विच इज एडिड टू अ ब्लॉक ऑफ डाटा। डाटा मीनस बाइनरी डाटा होएगा और वो आप पैरिटी बिट की कर देंगे ऐड कर देंगे। क्यों ऐड करांगे, ताकि मैं एरर जो डिटेक्ट है सॉरी एरर जो है उन्होंने आप डिटेक्ट कर सकिए। इट इज़ यूज टू वैलीडेट द इंटीग्रिटी ऑफ द डाटा। इंटीग्रिटी का मतलब होता है कि इंश्योर करता है कि जो डाटा है टैंपर नहीं होया है या ये कोई भी एरर नहीं है। जो तुम डाटा सेंड किया उही डाटा की है रिसीव हो रहा है। ये इंश्योर करती है, वैलीडेट करती है कि जो सेंडर ने डाटा सेंड किया कि वही अपने को उत्थे रिसीव होया कि नहीं होया। डैट इज इंटीग्रिटी मीनस की होएगा अपने को दैट इज डाटा हैज़ नॉट बीन टैंपर्ड। टैंपर्ड मीनस की है चेंज तो नहीं होया है। ठीक है, सो इंटीग्रिटी है मेनटेन करने वास्ते आप यूज़ करते हैं पैरिटी बिट यूज़ करते हैं ताकि डाटा अपने को सही पहुँचे, जो सेंड किया वही रिसीव हो। दैन द वैल्यू ऑफ पैरिटी बिट इज़ असाइंड आइदर 0 और 1। आपको पता है कि डिजिटल डाटा है और 1 0 की फॉर्म के होंगे है। सिमिलरली जी पैरिटी होएगी, पैरिटी बिट होएगी, वो वैल्यू या 0 होएगी या की होएगी 1 होएगी। एंड द मोस्ट इंपॉर्टेंट सिंपल डेफिनेशन की है, पैरिटी बिट इज़ यूज टू डिटेक्ट अ सिंगल बिट एरर। ऑलवेज कीप इन माइंड, अगर ड्यूरिंग ट्रांसमिशन सिर्फ एक बिट चेंज होंगी है दैन पैरिटी बिट्स के नाल आपां उस एरर को डिटेक्ट कर सकते हैं। बट अगर एक तो ज़्यादा बिट्स अगर आप चेंज हो जानिया है तो दैन उत्ते पैरिटी कंसैप्ट यूज़ नहीं होएगा, एप्लीकेबल नहीं होएगा। वी विल सी विद एग्जाम्पल। सो दैट्स वाई आप की कह रहे हैं पैरिटी बिट इज़ यूज टू डिटेक्ट आ सिंगल बिट एरर। अगर एक बिट आ रहा है तो दैन उत्ते पैरिटी बिट आप यूज़ करके डिटेक्ट कर सकते हैं। अगर 2 या 3 बिट एरर आ जाता है तो दैन उत्ते पैरिटी की फेल हो जाएगी, वो काम नहीं करेगी। क्लियर, नाउ इन दिस केस यू कैन से दिस इज अ सिस्टम, देयर इज टू सिस्टम कनेक्टेड विद द वायर। ठीक है, और मान लो इस सिस्टम ने ये डाटा सेंड करना है 1010। क्लियर, और की करांगे नाल और आप पैरिटी बिट की कर देंगे ऐड कर देंगे। सो यही लिखा हुआ है पैरिटी बिट इज़ अ चेक बिट विच इज़ एडिड टू द ब्लॉक ऑफ डाटा। सो दिस इज नोन एज अ ब्लॉक ऑफ डाटा और यू कैन से डाटा बिट। बेसिकली क्या आप फ्रेम करेंगे, दिस इज योर ओरिजिनल डाटा की कह रहा सी एंड विच इज़ एडिड टू द ब्लॉक ऑफ डाटा। सो पैरिटी बिट अपने को होगी नाल वो ऐड हो जाएगी। क्लीयर, पैरिटी बिट आप लिखा ही है कि मेरी पैरिटी की वैल्यू है या 0 होएगी या मेरे को होएगी 1 होएगी। ठीक है, सो स्टैंडर्ड जो सॉरी जो सेंडर है वो अपने को ये फॉर्मेशन तैयार करेगा, मैसेज तैयार करेगा इंक्लूडिंग अ पैरिटी बिट
ਅਲੋਂਗ ਵਿਦ ਦਾ ਓਰੀਜਨਲ ਡਾਟਾ, ਦੈਨ ਉਹਨੂੰ ਕੀ ਹੈ ਟੂਵਰਡ ਦਾ ਰਿਸੀਵਰ ਕੀ ਕਰ ਦੇਗਾ, ਸੈਂਡ ਕਰ ਦੇਗਾ। ਕਲੀਅਰ। ਔਰ ਰਿਸੀਵਰ ਕੋਲ ਡਾਟਾ ਕੀ ਹੋ ਗਿਆ, ਰਿਸੀਵ। ਕਲੀਅਰ। ਹਜੇ ਤੱਕ ਮੈਂ ਕੋਈ ਐਰਰ ਡਿਟੈਕਟ ਨਹੀਂ ਕੀਤਾ, ਜਸਟ ਇਸ ਐਗਜ਼ਾਮਪਲ ਦੇ ਸਿਨੈਰੀਓ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੈਰਿਟੀ ਬਿਟ ਚੈੱਕ ਬਿਟ ਹੁੰਦੀ ਹੈ ਔਰ ਇਹ ਓਰੀਜਨਲ ਡਾਟਾ ਦੇ ਨਾਲ ਐਡ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਇਹਨੂੰ ਸੈਂਡ ਕਰਦੇ ਹਾਂ ਟੂਵਰਡ ਦਾ ਰਿਸੀਵਰ। ਇਹ ਮੇਨਟੇਨ ਕਰਦੀ ਹੈ ਇੰਟੀਗ੍ਰਿਟੀ। ਇੰਟੀਗ੍ਰਿਟੀ ਦਾ ਮਤਲਬ ਕੀ ਹੈ, ਜੋ ਡਾਟਾ ਮੈਂ ਸੈਂਡ ਕੀਤਾ ਸੀਗਾ ਉਹੀ ਡਾਟਾ ਮੇਰੇ ਕੋਲ ਰਿਸੀਵ ਹੋਇਆ ਕਿ ਨਹੀਂ ਹੋਇਆ, ਦੈਟ ਇਜ਼ ਨੋਨ ਐਜ਼ ਅ ਇੰਟੀਗ੍ਰਿਟੀ। ठीक है। सो द वैल्यू पैरिटी बिट असाइंड इज आइदर 0 और 1। पैरिटी बिट 0 होएगी या मेरे को की होएगी 1 होएगी। और ये सिंगल बिट एरर नहीं डिटेक्ट करेगी, मोर देन 1 बिट एरर डिटेक्ट नहीं कर सकती। क्लियर। सो नेक्स्ट है दैट इज वेरी इंपॉर्टेंट टाइप्स ऑफ पैरिटी। दो तरह की अपने को पैरिटी होंगी है, पैरिटी चेक्स है। वन इज ईवन पैरिटी एंड सैकेंड इज अ ऑड पैरिटी। ईवन पैरिटी की करती है, बिट मेक्स द टोटल नंबर ऑफ वनस ईवन। ਇਹਦਾ मतलब ये है कि अगर ਆਪਾਂ ਈਵਨ ਪੈਰਿਟੀ ਦੀ ਗੱਲ ਕਰਾਂਗੇ, ਜਦੋਂ ਵੀ ਆਪਾਂ ਡਾਟਾ ਸੈਂਡ ਕਰਾਂਗੇ ਉਹਦੇ ਵਿੱਚ ਟੋਟਲ ਨੰਬਰ ਆਫ 1 ਜਿਹੜੇ ਈਵਨ ਫਾਰਮ ਦੇ ਵਿੱਚ ਹੋਣੇ ਚਾਹੀਦੇ। ਠੀਕ ਹੈ। ਅਗਰ ਉਹ ਈਵਨ ਫਾਰਮ ਦੇ ਵਿੱਚ ਹੋਣਗੇ ਤਾਂ ਦੈਨ ਆਪਾਂ ਕਹਿ ਸਕਦੇ ਦਿਸ ਇਜ਼ ਅ ਈਵਨ ਪੈਰਿਟੀ। ਦੈਟ ਮੀਨਸ ਕੀ ਹੋਏਗਾ, ਈਵਨ ਦਾ ਮਤਲਬ 2 4 6 8 10 12 ਐਂਡ ਸੋ ਔਨ। ਅਗਰ ਮੇਰੇ ਕੋਲ ਨੰਬਰ ਆਫ ਵਨਸ ਈਵਨ ਫਾਰਮ ਦੇ ਵਿੱਚ ਹੈ ਦੈਨ ਦੈਟ ਇਜ਼ ਨੋਨ ਐ ਈਵਨ ਪੈਰਿਟੀ। ऑड पैरिटी की होएगी, इट मेक्स द टोटल नंबर ऑफ वनस ऑड। और सीक्वेंस में अगर टोटल नंबर ऑफ वनस मेरे को ऑड फॉर्म ਦੇ ਵਿੱਚ ਹੈ लाइक 1 3 5 7 9 एंड सो ऑन, दैट इज नोन एज अ ऑड पैरिटी। सो ऑलवेज कीप इन माइंड देयर आर टू टाइप ऑफ पैरिटी। वन इज अ इवन पैरिटी दैट मेक्स द टोटल नंबर ऑफ वनस इवन, देन ऑड पैरिटी दैट मेक्स द टोटल नंबर ऑफ वनस ऑड। ठीक है। हुणे क्लीयर हो जाएगा विद एग्जांपल। हुण मान लो मेरे को डाटा फ्रेम है, ਇਹਦੇ ਵਿੱਚ ਕਾਊਂਟ ਕਰੋ ਕਿੰਨੇ ਨੰਬਰ ਆਫ ਵਨਸ ਹੈ, 1 ਤੇ 2। ਉਸ ਕੇਸ ਵਿੱਚ ਜਿਹੜੀ ਪੈਰਿਟੀ ਬਿਟ ਹੋਏਗੀ ਉਹ ਈਵਨ ਹੋਏਗਾ। ਦੇਖੋ 1 ਤੇ 2 ਕਿੰਨੇ ਹੋਏ, ਸੌਰੀ 2 ਬਿਟਸ ਹੈ ਆਪਣੇ ਕੋਲ, ਵਨਸ ਹੈ 2 ਵਨਸ ਹੈ, ਤੇ ਦੈਨ ਉਸ ਕੇਸ ਵਿੱਚ ਕੀ ਹੋਏਗਾ, ਜਿਹੜੀ ਪੈਰਿਟੀ ਦੀ ਵੈਲਿਊ ਕੀ ਹੋਏਗੀ, 0 ਹੋਏਗੀ। 0 ਕਿਉਂ ਹੋਏਗੀ, ਕਿਉਂਕਿ ਜਿਹੜੀ ਪੈਰਿਟੀ ਕੰਸੈਪਟ ਹੈ ਉਹ ਕੀ ਕਹਿ ਰਹੀ ਹੈ ਕਿ ਇਟ ਮੇक्स द टोटल नंबर ऑफ वनस ਈਵਨ। सो की करेगा, ईवन बना लेगा। सो अगर ईवन पहले ईवन है तो वही वैल्यू पैरिटी की हो जाएगी 0 हो जाएगी। दैट इज नोन एज अ ईवन पैरिटी, फ्रेम विद द ईवन पैरिटी। ये ओरिजिनल डाटा हो गया। ओरिजिनल डाटा जो काउंट करेगी कितने नंबर ऑफ वनस है। अगर ईवन होएगा तो पैरिटी की वैल्यू इतने की आ जाएगी, ऑटोमैटिकली हो जाएगी 0 होएगी। सिमिलरली अगर आप ऑड पैरिटी की गल करिए, ये नंबर ऑफ वनस काउंट करो, सेम एग्जाम्पल है ये, दैट इज 1 एंड 2। बट आप कि गल करें ऑड पैरिटी की। ऑड पैरिटी की करेगा, इट मेक्स टोटल नंबर ऑफ वनस ऑड। सो एक तो 2 ईवन हो गए, सो ऑड बनाने की करेगा, पैरिटी की वैल्यू की हो जाएगी 1 हो जाएगी। क्लियर। सो दिस इज नोन एज अ फ्रेम विद ऑड पैरिटी। आई रिपीट अगेन, ईवन पैरिटी वो पैरिटी होंगी है ਜਿਹੜੀ कि टोटल नंबर ऑफ वनस ਨੂੰ ਈਵਨ ਬਣਾਉਂਦੀ है। ठीक है। ऑड पैरिटी वो पैरिटी होएगी ਜਿਹੜੀ टोटल नंबर ऑफ वनस ਨੂੰ ਕੀ ਕਰੇਗੀ, ऑड ਕਰੇਗੀ। टोटल नंबर ऑफ वनस ਕਿਹਦੇ ਵਿੱਚ ਹੋਣਗੇ, ਤੁਹਾਡੇ ਡਾਟਾ ਦੇ ਵਿੱਚ ਹੋਣਗੇ। ठीक है। डाटा ਨੂੰ कंसीडर करो, चेक करो कितने नंबर ऑफ वनस है। अगर पहला ही वो ईवन फॉर्म ਦੇ ਵਿੱਚ है दैन उत्थे पैरिटी की वैल्यू की आ जाएगी, 0 आ जाएगी। ठीक है। आपने डेफिनेशन देखी है, पैरिटी बिट इज एडिटिव विद द ओरिजिनल डाटा। उस तो जो पैकेट बन जाएगा, फ्रेम बन जाएगा, फिर वो रिसीवर एंड से की होएगा वो सेंड करांगे। उस तो बाद वो डिटेक्ट करेगा कि ये एरर है कि नहीं है। क्लियर। दिस इज नोन एज अ ईवन पैरिटी एज वेल एज अ ऑड पैरिटी। ठीक है। पैरिटी बिट ऑलवेज जनरेटेड बाय द सेंडर बिफोर ट्रांसमिशन, दैट इज वेरी इंपॉर्टेंट। जी पैरिटी बिट जनरेट होनी है, ठीक है, जो पैरिटी बिट ऐड होनी है एज वेल एज जनरेट होनी है, वो सेंडर साइड पर होएगी बिफोर ट्रांसमिशन। डाटा सेंड करने तो पहला ये सारी फॉर्मेशन होएगी। ठीक है। सो दैट्स वाई लिखा होया, पैरिटी बिट इज जनरेटेड बाय द सेंडर बिफोर ट्रांसमिशन। ठीक है। सेंडर पैरिटी बिट जनरेट करेगा, वही ऐड करेगा डाटा नू सेंड करने तो पहला। लेट्स सी फाइंड ईवन पैरिटी। इन दिस सिनेरियो आप चेक करांगे ईवन पैरिटी की वैल्यू की होएगी, और ये आप चेक करांगे ऑड पैरिटी। नाउ पॉज द स्क्रीन एंड ट्राई टू सॉल्व दिस एंड देन मैच द रिजल्ट विद माई रिजल्ट। ओके, लेट्स सी। सो सपोज आप ईवन पैरिटी बिट्स की गल कर रहे हैं, तो पहले आप काउंट करो कितने नंबर ऑफ वनस है। पहले एग्जाम्पल है 1 2 3, एक ही हो गए मेरे को ऑड। बट ईवन पैरिटी की कह रही है कि टोटल जो फ्रेम होएगा और नंबर ऑफ वनस कितने होने चाहिए, ईवन फॉर्म के होने चाहिए। सो की करेंगे, पैरिटी बिट है वो वैल्यू की कर देंगे आप 1 कर देंगे। हुण काउंट करो कितने हो गए, 1 2 3 ते 4 की बन गया मेरे को, ईवन बन गया। सो ईवन नंबर ऑफ वनस हो गए, दैट इज नोन एज अ ईवन पैरिटी। क्लियर। 0 काउंट नहीं करने। आई रिपीट अगेन, लास्ट एग्जाम्पल देख लो, डेफिनेशन की कह रही है टोटल नंबर ऑफ वनस या ईवन होंगे या टोटल नंबर ऑफ वनस ऑड होंगे।
क्लीयर, कन्फ्यूज नहीं हो जाना कि 0 की गल नहीं कर रहे, सिर्फ 1 की गल करांगे। नाउ इन दिस एग्जांपल काउंट करो कितने नंबर ऑफ वनस है, दैट इज 1 2 3 ਤੇ 4। ऑलरेडी ये ਈਵਨ फॉर्म ਦੇ ਵਿੱਚ है, तो पैरिटी की वैल्यू की हो जाएगी मेरे को 0 हो जाएगी। सिमिलरली इन दिस केस काउंट करो कितने नंबर ऑफ वनस है, 1 ਤੇ 2। ऑलरेडी ਈਵਨ पैरिटी है, ਈਵਨ नंबर ऑफ वनस है, तो दैन पैरिटी की वैल्यू की हो जाएगी 0 हो जाएगी। सो कंप्लीट जो डाटा होएगा अपने को ਈਵਨ नंबर ऑफ वनस होंगे इंक्लूडिंग अ पैरिटी इटसेल्फ। सिमिलरली इन दिस केस टोटल नंबर वनस कितने हैं, 1 2 3 4 5। एक ही बन गया ऑड, बट अपन की चाहिए ਈਵਨ पैरिटी के अकॉर्डिंग गल कर रहे हैं। सो ਈਵਨ पैरिटी में ਈਵਨ करने वास्ते कर देंगे ये वैल्यू 1 कर देंगे। सो कितने हो गए अपने को 1 2 3 4 5 6 ਈਵਨ हो गए। सो दिस इज नोन एज अ ਈਵਨ पैरिटी। ठीक है, सो डाटा फ्रेम के टोटल नंबर ऑफ वनस की ਈਵਨ होने चाहिए इंक्लूडिंग अ पैरिटी विद वैल्यू आल्सो। दैन ऑड पैरिटी। ऑड पैरिटी का मतलब है कि जो डाटा है वो नंबर ऑफ वनस ऑड फॉर्म के होने चाहिए, या 1 3 5 एंड 7 सो ऑन। नाउ पहली एग्जांपल देख लो, दिस इज 1 1 2 3, 10 टाइम्स 1 आया, ऑलरेडी ऑड है, तो पैरिटी की वैल्यू की हो जाएगी 0 हो जाएगी। दिस इज ऑड पैरिटी बिट, दिस इज ईवन पैरिटी बिट। सिमिलरली इन दिस केस नंबर ऑफ वनस करो 1 2 3 4, ये मेरे को की है ईवन फॉर्म के है, लेकिन आप कि गल कर रहे हैं ऑड पैरिटी की, तो दैन ईवन करने वास्ते की पैरिटी की वैल्यू की कर देंगे 1 कर देंगे। जी अपने को लैफ्ट हैंड साइड पर है, ये मेरे को पैरिटी बिट है, ऑलवेज कीप इन माइंड। बाकी तेरा ओरिजिनल डाटा है, ये सारा ओरिजिनल डाटा है वाला, जी खाली ब्लैंक्स है इतने आप पैरिटी बिट की वैल्यू असाइन कर रहे हैं। नाउ नैक्सट एग्जांपल काउंट करो 1 2 3, अगेन अपने को है ऑड फॉर्म के है, तो दैन अपने को ऑलरेडी फॉर्म के है, तो अपने को पैरिटी की वैल्यू की हो जाएगी 0 हो जाएगी। एंड लास्टली काउंट करो नंबर ऑफ वनस 1 तो 2 ईवन है, तो दैन ऑड करने वास्ते कि 1 की कर देंगे ऐड कर देंगे। क्लीयर, दिस इज अबाउट अ ईवन पैरिटी एज वेल एज अ ऑड पैरिटी। सो पैरिटी बिट की होएगी, एडिशनल बिट होएगी, और यू कैन से चैक बिट होएगी, जी कि तुहाडे ओरिजिनल डाटा के नाल की हो जाएगी ऐड हो जाती है। क्यों ऐड करते हैं, ताकि आप एरर नूं डिटेक्ट कर सकीए। ठीक है, और पैरिटी बिट की वैल्यू या 1 हो सकती है, या पैरिटी बिट की वैल्यू 0 हो सकती है। ठीक है, और सैकेंड इज मोस्ट इंपॉर्टेंट, पैरिटी इज यूज टू डिटेक्ट आ सिंगल बिट एरर। अगर डाटा के सिर्फ एक बिट चेंज होती है, दैन उत्थे पैरिटी कंसैप्ट यूजफुल है। अगर 2 बिट चेंज हो जाती है, तो दैन पैरिटी उत्थे फेल हो जाएगी, दैन वो प्रॉपर काम नहीं करेगी, और रॉन्ग डाटा को की करेगी, एक्सैप्ट करती रहेगी। 2 तरीके की पैरिटी होएगी, ईवन पैरिटी एज वेल एज अ ऑड पैरिटी। ईवन पैरिटी में जो आप डाटा सेंड करना है, और टोटल नंबर ऑफ वनस की होने चाहिए, ईवन होने चाहिए है। ऑड पैरिटी में जो आप नंबर ऑफ वनस डाटा सेंड करना, और नंबर ऑफ वनस ऑड होने चाहिए। अगर नहीं है, तो दैन पैरिटी की मदद के नाल आपां उहनूं ईवन या ऑड बनावांगे। क्लीयर, नाउ हाउ डज आ एरर डिटेक्ट टेक प्लेस यूजिंग अ पैरिटी। हुण आपां इत्थे गल करांगे कि एरर किद्दां डिटेक्ट हुंदा है यूजिंग अ पैरिटी। है तो आपां इन्ना पैरिटी बनाई है, पैरिटी ऐड कर दी है, दैन उसकी वैल्यू 1 या 0 कर दी है। हुण आपां इस सिनेरियो में देखांगे कि पैरिटी बिट की मदद के नाल किद्दां एरर डिटेक्ट हुंदा है। मान लो मेरे को 2 सिस्टम्स है, एक सिस्टम ये है, एक सिस्टम है, दे आर कनैक्टेड विद वायर्स। ठीक है, अलग अलग जगह के उपर पे हो सकते हैं। एक गल याद रखनी है कि जो सिस्टम होएगा, या तो एट ए टाइम वो ईवन पैरिटी के उपर काम करेगा, या ऑड पैरिटी के उपर काम करेगा, बट नॉट बोथ सेम टाइम के उपर ये ईवन और ऑड से काम नहीं करेगा। मान लो अगर ये ईवन से काम कर रहा है, तो दैन जो डाटा सेंड रिसीवर है वो भी ईवन से काम करेगा, दैन दी पैरिटी बिट जी यूजफुल होएगी। अगर ये ऑड ईवन पैरिटी पर काम कर रहा है, और ये ऑड पैरिटी से काम कर रहा है, दैन उत्थे ये अपने को प्रॉपर रिजल्ट नहीं होंगे, इनकरेक्ट डाटा भी करेगा और रिसीव करता रहेगा। सो दैट्स वाई लिखा हुआ है द सिस्टम ऑपरेट विद ईवन और ऑड पैरिटी बट नॉट बोथ। ठीक है, या तो ईवन से काम करेगा, या फिर वो ऑड से। अगर ये ईवन से ये भी ईवन से, अगर ये ऑड से काम कर रहा है पैरिटी से, ये भी ऑड से काम करेगा। क्लीयर, हम आप इतने एग्जाम्पल ले रहे हैं कि ये सिस्टम है ईवन पैरिटी से काम कर रहा है, और ये भी सिस्टम की है ईवन पैरिटी। बेसिकली की होंदा है, ऑलवेज कीप इन माइंड, जो डाटा एक सिस्टम तो दूसरी जगह ट्रांसफर होंदा है, ओरिजिनल डाटा सेंड होने तो पहला ये कंट्रोल सिग्नल सेंड होंदा है। कंट्रोल सिग्नल का मतलब होंदा है कि सारी इनफॉर्मेशन भेज रहा है कि जो मैं डाटा सेंड करना है वो ये फॉर्मेशन होएगी, दैन वो अकॉर्डिंग ये सिस्टम अपने आप की सैटिंग कर लेंदा है कि उन्हें डाटा इस फॉर्म के भेजना है, तो दैन उस फॉर्म के नाल प्रोसैसिंग करेगा। क्लीयर, उस तो बाद तेरा ओरिजिनल डाटा की है सेंड होंदा है। सो ईवन पैरिटी है, तो दैन ये भी अपने आप को ईवन पैरिटी से कर लेगा, सैट कर लेगा। हुण मान लो मेरे को ओरिजिनल डाटा है, दैट इज़ 1 0 0 1 1 0 1। ये ओरिजिनल डाटा है, ये आप सेंड करना है। सेंड करने तो पहले आप पैरिटी बिट ऐड करांगे। ऑलवेज कीप इन माइंड, बिफोर सेंडिंग अ डाटा वी हैव टू ऐड अ पैरिटी बिट। ठीक है, ऑन दिस केस मान लो अपने को ईवन पैरिटी पर काम कर रहे हैं,
ठीक है। तो पहले आप काउंट करांगे ओरिजिनल डाटा विच नंबर ऑफ वंस कितने हैं, दैट इज़ 1 2 3 4 4 नंबर ऑफ वंस है, मतलब ऑलरेडी ये ਈਵਨ ਫਾਰਮ ਦੇ ਵਿੱਚ ਹੈ, ਤੇ ਦੈਨ ਉਸ ਕੇਸ ਪੈਰਿਟੀ ਦੀ ਵੈਲਿਊ ਕੀ ਹੋ ਜਾਏਗੀ, 0 ਹੋ ਜਾਏਗੀ। ਸੋ 0 ਆਪਾਂ ਨਾਲ ਕੀ ਕਰ ਦਿੱਤੀ, ਐਡ ਕਰਤੀ। ਕਿਉਂ, ਕਿਉਂਕਿ ਈਵਨ ਪੈਰਿਟੀ ਉੱਪਰ ਕੰਮ ਕਰਨਾ ਹੈ। ਸੋ ਜਦੋਂ ਡਾਟਾ ਸੈਂਡ ਕਰੇਗਾ ਉਹ ਆਪਣੇ ਕੋਲ ਉਹ ਨੰਬਰ ਆਫ ਵੰਸ ਈਵਨ ਫਾਰਮ ਦੇ ਵਿੱਚ ਹੋਣਗੇ। ਸੋ ਦੈਟਸ ਵਾਈ ਪੈਰਿਟੀ ਦੀ ਵੈਲਿਊ ਕੀ ਆ ਗਈ, 0 ਹੋ ਗਈ। ਕਾਊਂਟ ਕਰੋ ਨੰਬਰ ਵੰਸ ਕਿੰਨੇ, 1 2 3 ਤੇ 4 ਈਵਨ ਪੈਰਿਟੀ, ਇਟਸ ਓਕੇ। ਹੁਣ ਇਹ ਡਾਟਾ ਸੈਂਡ ਹੋ ਰਿਹਾ ਹੈ, ਮੰਨ ਲਓ ਇਸ ਜਗ੍ਹਾ ਦੇ ਉੱਪਰ ਜਾ ਕੇ ਇਹ ਡਾਟਾ ਕੀ ਹੋ ਗਿਆ, ਚੇਂਜ ਹੋ ਗਿਆ। ਦੁਬਾਰਾ ਰਿਪੀਟ ਕਰ ਰਿਹਾ, ਇਸ ਜਗ੍ਹਾ ਦੇ ਉੱਪਰ ਡਾਟਾ ਇਹ ਵਾਲਾ ਕੀ ਹੋ ਗਿਆ, ਚੇਂਜ ਹੋ ਗਿਆ। 1 ਦੀ ਜਗ੍ਹਾ ਕੀ ਹੋ ਗਿਆ, 0 ਹੋ ਗਿਆ। ਦੈਟ ਮੀਨਸ ਕੀ ਹੋਇਆ, ਹੇਅਰ ਨੋਇਸ ਇਜ਼ ਐਡਿਡ, ਨੋਇਡ ਐਡ ਹੋ ਗਈ ਹੈ ਇਨ ਦਾ ਵਾਇਰ, ਠੀਕ ਹੈ, ਟਰਾਂਸਮਿਸ਼ਨ ਮੀਡੀਆ ਦੇ ਵਿੱਚ, ਡਿਊ ਟੂ ਵਿਚ ਦ ਲੀਸਟ ਸਿਗਨੀਫਿਕੈਂਟ ਬਿਟ ਚੇਂਜ ਫਰੋਮ 1 to 0। ਲੀਸਟ ਸਿਗਨੀਫਿਕੈਂਟ ਪਤਾ ਹੀ ਆਪਾਂ ਨੂੰ ਇਹ ਹੁੰਦੀ ਰਾਈਟ ਮੋਸਟ, ਉਹ ਆਪਣੇ ਕੋਲ ਕੀ ਨਹੀਂ ਸੀ, 1 ਸੀਗੀ, ਹੁਣ ਕੀ ਹੋ ਗਈ, ਇਹ 0 ਹੋ ਗਈ ਡਿਊ ਟੂ ਦਾ ਐਰਰ। ਹੁਣ ਇਹ ਸਿਗਨਲ ਆਪਣੇ ਕੋਲ ਕੀ ਆ, ਰਿਸੀਵਰ ਕੋਲ ਪਹੁੰਚੇਗਾ, ਠੀਕ ਹੈ, ਦੂਸਰੇ ਸਿਸਟਮ ਕੋਲ ਪਹੁੰਚੇਗਾ। ਦੈਨ ਉਹ ਅਗੇਨ ਕੀ ਕਰੇਗਾ, ਇਹ ਵਾਲਾ ਸਿਸਟਮ ਜਿਹੜਾ ਹੈ ਦੁਬਾਰਾ ਚੈੱਕ ਕਰੇਗਾ ਕਿ ਇਹਦੇ ਵਿੱਚ ਕਿੰਨੇ ਨੰਬਰ ਆਫ ਵਨਸ ਹੈ। ਨਾ ਇਹ ਦੁਬਾਰਾ ਕਾਊਂਟ ਕਰੇਗਾ 1 2 ਤੇ 3, ਕਿੰਨੇ ਨੰਬਰ ਵਨਸ ਮਿਲ ਰਹੇ ਆ, ਈਵਨ ਮਿਲ ਰਹੇ ਆ, 3 ਮਿਲ ਰਹੇ ਆ, ਡੈਟ ਮੀਨ ਸੌਰੀ ऑड मिल रहे हैं, ठीक है ना, 1 2 एंड 3 नंबर ऑफ वंस है, ऑड फॉर्म ਦੇ ਵਿੱਚ ਹੈ। सो की कह रहा है रिसीवर रिसीव ऑड नंबर ऑफ वंस, ठीक है, सेंड ਕੀਤੇ ਸੀ ਆਪਾਂ ਈਵਨ ਨੰਬਰ, ਲੇਕਿਨ ਰਿਸੀਵ ਕੋਲ ਕੀ ਆ ਗਿਆ ਮੇਰੇ ਕੋਲ, ਰਿਸੀਵਰ ਕੋਲ ਕੀ ਹੈ, ऑड ਨੰਬਰ, ਬਟ ਇਟ ਆਪਰੇਟ ਔਨ ਅ ਈਵਨ ਪੈਰਿਟੀ। ਬਟ ਜਿਹੜਾ ਸਿਸਟਮ ਹੈ ਈਵਨ ਪੈਰਿਟੀ ਉੱਪਰ ਕੰਮ ਕਰ ਰਿਹਾ। ਸੋ देयर इज़ एन एरर इन द कमिंग डाटा। सो इतों पता चल गया कि अपने को जो डाटा आया है वो की हो गया, वो की है एरर है। क्लीयर। सो ये सिंपल की कर देगा, डाटा को रिजेक्ट कर देगा, डाटा को एक्सैप्ट नहीं करेगा। आई होप शायद तुम्हें क्लीयर हो गया होगा कि जो भी आप डाटा सेंड करना है दो सिस्टम के विच, ठीक है, या दोनों सिस्टम ईवन पैरिटी के उपर काम करेंगे या ऑड पैरिटी, दोनों इकट्ठे नहीं करेंगे। और जो भी आप ओरिजिनल डाटा सेंड करना है, ठीक है, पहला वो आप नंबर ऑफ वंस काउंट कर लेंगे। मान लो ईवन पैरिटी की गल कर रहे हैं, नंबर ऑफ वंस ईवन हो गए हैं। दैन वो की करा आप, सॉरी वो की करा आप पैरिटी बिट ऐड कर देंगे, और पैरिटी बिट वाली 1 और 0 होगी, डिपेंड करेगा कि टोटल नंबर ऑफ वंस कितने। अगर पहला ईवन फॉर्म के है तो पैरिटी की वैल्यू की होगी, 0 होगी, ठीक है। ये सेंडर फॉर्मेशन करने तो बाद मैसेज को सेंड करेगा, और मान लो एट एनी पॉइंट वैल्यू की हो रही है, चेंज हो रही है, 1 का की बन गया 0 हो गया, ड्यू टू द नॉइज जी ऐड हो गई है, उन्होंने की LSB चेंज हो गई है, 1 की होगी 0 होगी। जो रिसीवर को पहुँचेगा, रिसीवर दोबारा फिर इतने की है चैक करेगा जो डाटा रिसीव हो रही है नंबर ऑफ वंस कितने हैं। ਹੁਣ ਇਹ ਵੀ ਈਵਨ ਪੈਰਿਟੀ ਉੱਪਰ ਕੰਮ ਕਰ ਰਿਹਾ, ਡੈਟ ਮੀਨਸ ਇਹ ਮੰਨ ਕੇ ਚੱਲੇਗਾ ਕਿ ਜੋ ਮੇਰੇ ਕੋਲ ਡਾਟਾ ਹੈ ਉਹ ਸ਼ੁੱਡ ਵੀ ਆ ਨੰਬਰ ਆਫ ਵਨਸ ਕੀ ਆ 1 ਹੋਣੇ ਚਾਹੀਦੇ। ਬਟ ਜਦੋਂ ਇਹਨੇ ਕਾਊਂਟ ਕੀਤਾ ਇਹਨੂੰ ਨੰਬਰ ਆਫ ਵਨਸ ਕਿੰਨੇ ਮਿਲੇ, ऑड 3 ਮਿਲੇ, ਠੀਕ ਹੈ, ਡੈਟ ਮੀਨਸ ऑड ਹੋਏਗਾ। ਸੋ ਕੀ ਕਰੇਗਾ, ਇਹ ਕੀ ਕਰ ਦੇਗਾ, डिटेक्ट कर लेगा कि जो मेरे को डाटा आया है वो मेरे को करेक्ट डाटा नहीं है, डाटा की है मेरे को इनकरेक्ट है। नाउ इट देन की करेगा, इट डिस्प्ले या एरर मैसेज, और यू कैन से एंड सेंड एरर मैसेज टू द रिसीवर, और ये डाटा को की करेगा, एक्सेप्ट नहीं करेगा, डाटा को सिंपली की कर देगा, रिजेक्ट कर देगा। क्लीयर। देन की होएगा, दोबारा फिर सेंडर को दोबारा डाटा सेंड करना पड़ेगा, ठीक है, हो सकता है दोबारा फिर चेंज हो जाए, वो फिर नहीं एक्सेप्ट करेगा। सो ये प्रोसैस चलता तद तक चलता रहेगा जब तक कि मेरे को करैक्ट डाटा नहीं पहुँच जाता। सो पैरिटी बिट के नाल ये प्रॉब्लम है कि सिर्फ डिटेक्ट करता है एरर, ये करैक्ट नहीं करता, ठीक है। मान लो कि इतने मान लो ये एरर आ भी गया, अगर आप सिस्टम द्वारा ना करें, सेंड ना करें, ये अपने बिहाफ के उपर अगर इन्हू चेंज कर ले तो दैन अपने को टाइम भी बचेगा, और रिसोर्सिस की यूटिलाइजेशन है वो भी घट होएगी। क्लीयर। सो दिस इज़ हाउ डज एरर डिटेक्शन टेक प्लेस यूजिंग अ पैरिटी। हम देख सकते हो पैरिटी की मदद के नाल, ईवन पैरिटी की मदद के नाल आप चैक कर लिया कि मेरे को एरर जो है उस सिस्टम में, सॉरी ट्रांसमिशन आ गया, इंट्रोड्यूस हो गया, और सिंपली की कर देगा, उन्होंने रिजेक्ट कर देगा। क्लीयर। सो दिस इज़ ऑल अबाउट अ पैरिटी। सो दिस इज़ मैथड यूज टू डिटेक्ट अ सिंगल बिट एरर। हाँ जी स्क्रीन तुहानूं नज़र आ रही है, ये आप एग्जाम्पल के नाल देख लिया है कि पैरिटी बिट किद्दां साडी हेल्प करती है एरर नूं डिटेक्ट करने वास्ते। क्लीयर। अज का सैशन आप इत्थे ही स्टॉप करते हैं, नैक्सट सैशन के आप मिलेंगे, दैट इज़ और आप डिस्कस करांगे, दैट इज़ एरर डिटेक्शन एंड अ करैक्शन कोड, दैट इज़ नोन एज अ हैमिंग कोड। टिल दैन थैंक यू।